ਦੀਪ ਸਿੱਧੀ ਤੋਂ ਬਗੈਰ ਵੀ ਕਿਸੇ ਵੀ ਕਲਾਕਾਰ ਨੂੰ ਸਟੇਜਾਂ ਤੇ ਬੁਲਾਉਣ ਦਾ ਸਾਡਾ ਕਦੇ ਵੀ ਐਸਾ ਨਹੀਂ ਰਿਹਾ ਕਿ ਅਸੀਂ ਇਕੱਠ ਕਰਨਾ, ਕਿਉਂਕਿ ਅਸੀਂ ਇਹ ਸਮਝਦੇ ਹੀ ਨਹੀਂ ਕਿ ਸਾਡੀ ਗੱਲ 'ਚ ਇੰਨੀ ਤਾਕਤ ਨਹੀਂ ਹੈਗੀ ਕਿ ਲੋਕਾਂ ਨੂੰ ਇਕੱਠੇ ਨਾ ਕਰ ਸਕੇ, ਤੇ ਇਸ ਕਰਕੇ ਸਾਨੂੰ ਕਿਸੇ ਦਾ ਸਹਾਰਾ ਲੈ ਕੇ ਇਕੱਠ ਕਰਨਾ। ਕਲਾਕਾਰ ਆਏ ਨੇ, ਕਲਾਕਾਰਾਂ ਦਾ ਸਮਾਜ ਦੇ ਵਿੱਚ ਇੱਕ ਬਹੁਤ ਅਹਿਮ ਯੋਗਦਾਨ ਹੁੰਦਾ, ਸੱਭਿਆਚਾਰ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ। ਸਾਨੂੰ ਲੱਗਦਾ ਇਨਕਲਾਬਾਂ ਦੇ ਵਿੱਚੋਂ ਇੱਕ ਇਨਕਲਾਬ ਹੀ ਸੱਭਿਆਚਾਰਕ ਇਨਕਲਾਬ ਦੀ ਲੋੜ ਪੈਂਦੀ, ਆਰਥਿਕ ਇਨਕਲਾਬ, ਸਮਾਜਿਕ ਇਨਕਲਾਬ। ਉਹਨਾਂ ਇਨਕਲਾਬ ਦੇ ਵਿੱਚੋਂ ਇੱਕ ਸੱਭਿਆਚਾਰਕ ਇਨਕਲਾਬ ਦਾ ਇੱਕ ਪੜਾਅ ਹੈ ਜਿਹਦੀ ਲੋੜ ਪੈਂਦੀ ਹੈ। ਇੰਨੀ ਮਹੱਤਤਾ ਹੈ ਸੱਭਿਆਚਾਰ ਦੀ। ਤਾਂ ਇਸ ਸਮੇਂ ਤੇ ਦੇਖੋ ਵੱਖ-ਵੱਖ ਕਲਾਕਾਰ ਨੇ ਜਿਹੜੇ ਐਜੂਕੇਸ਼ਨ ਨਾਲ ਜੁੜੇ, ਇਹਦੇ ਮੁਤਲਕ ਲਿਖਿਆ, ਗਾਇਆ। ਉਹ ਜਿਵੇਂ ਇੱਕ ਆਗੂ ਸਟੇਜ 'ਤੇ ਜਾਂਦਾ ਉਸੇ ਰੂਪ 'ਚ ਆਉਂਦੇ ਰਹੇ, ਅੱਜ ਵੀ ਆਉਂਦੇ ਨੇ। ਕਰਮਨ ਗਰੇਵਾਲ ਆਉਂਦਾ, ਸਾਡੇ ਇੱਥੋਂ ਸਰਜੀਤ ਸਿੱਧੂ ਹੈ, ਜਦੋਂ ਸਾਡੇ ਲੋਕਲ ਪ੍ਰੋਗਰਾਮ ਹੁੰਦੇ ਨੇ ਅਸੀਂ ਉਹਨੂੰ ਸੱਦਦੇ ਹਾਂ। ਉਹ ਲੋਕ ਜੁੜੇ ਹੋਏ ਨੇ, ਖੁਦ ਕਿਸਾਨ ਨੇ, ਕਿਸਾਨੀ ਕਰਦੇ ਨੇ, ਜੁੜੇ ਨੇ। ਕਿਸੇ ਵੀ ਕਲਾਕਾਰ ਨੂੰ ਇਕੱਠ ਕਰਨ ਲਈ ਕਦੇ ਵੀ ਨਾ ਬੁਲਾਇਆ ਗਿਆ, ਨਾ ਸੀ। ਪਹਿਲਾਂ ਦੀ ਵੀਡੀਓ ਸਾਹਮਣੇ ਆਈਆਂ ਜਿੱਥੇ ਕਿ ਪੰਥਕ ਨਾਅਰੇ ਲਾਏ ਗਏ, ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤਾ ਗਿਆ ਕਿ 26 ਤਰੀਕ ਤੋਂ ਪਹਿਲਾਂ ਕਿਸਾਨ ਆਗੂ ਇਸ ਚੀਜ਼ ਨੂੰ ਭਾਫਣ 'ਚ ਥੋੜ੍ਹੇ ਕਿਤੇ ਨਾਕਾਮ ਤਾਂ ਨਹੀਂ ਰਹੇ ਤੁਹਾਡੇ ਮੁਤਾਬਕ? ਨਹੀਂ ਜੀ, ਦੀਪ ਸਿੱਧੂ ਦਾ ਏਜੰਡਾ ਸਾਨੂੰ ਪਹਿਲਾਂ ਵੀ ਸਾਫ਼ ਸੀ ਕਿ ਇਹਦਾ ਏਜੰਡਾ ਕੀ ਹੈ। ਉਸ ਏਜੰਡੇ ਨੂੰ ਜਾਣਨ ਤੋਂ ਬਾਅਦ ਹੀ 26 ਜਨਵਰੀ ਨੂੰ ਬਹੁਤ ਵੱਡੀਆਂ ਘਟਨਾ ਜਿਹੜੀਆਂ ਹੋਈਆਂ ਉਹਨੂੰ ਰੋਕਿਆ ਗਿਆ ਹੈ। ਉਹ ਸਭ ਕਾਸੇ ਨੂੰ ਸੰਭਾਲਿਆ ਗਿਆ। ਐਸਾ ਨਹੀਂ ਕਿ ਸਾਨੂੰ ਅੰਦਾਜ਼ਾ ਨਹੀਂ ਸੀ, ਅੰਦਾਜ਼ਾ ਸੀ। ਅੰਦਾਜ਼ਾ ਹੋਣ ਕਰਕੇ ਅਸੀਂ ਉਹਨੂੰ ਸੰਭਾਲ ਸਕੇ। ਉਸ ਤੋਂ ਬਾਅਦ ਦੀਪ ਸਿੱਧੂ ਨੂੰ ਵੱਖ-ਵੱਖ ਪੰਥਕ ਆਗੂਆਂ ਵੱਲੋਂ ਜਾਂ ਸਿਆਸੀ ਪਾਰਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ, ਸਰੋਪੇ ਭੇਟ ਕੀਤੇ ਗਏ। ਦੇਖੋ ਜੀ, ਇੱਕ ਏਜੰਡਾ ਹੈ। ਉਸ ਏਜੰਡੇ ਦੇ ਨਾਲ ਸਹਿਮਤ ਜਿੰਨੀਆਂ ਵੀ ਧਿਰਾਂ ਨੇ ਉਹ ਸਾਰਾ ਮਤਲਬ ਤੇਰੀ ਇੱਕ ਬਣ ਕੇ ਵਿਚਰ ਰਹੀਆਂ ਨੇ। ਤਾਂ ਇੱਕ ਧਿਰ ਦੇ ਲੋਕ ਨੇ, ਉਹ ਇੱਕ ਦੂਜੇ ਨੂੰ ਸਨਮਾਨਿਤ ਕਰਨਗੇ ਹੀ, ਸਾਰਾ ਕੁਝ ਕਰਨਗੇ ਹੀ। ਉਸ ਏਜੰਡੇ ਜਾਂ ਉਸ ਵਿਚਾਰਧਾਰਾ ਦੇ ਲੋਕਾਂ 'ਚ ਤੁਸੀਂ ਗੱਲ ਕਰ ਰਹੇ ਹੋ, ਮਗਰ ਕਿਤੇ ਨਾ ਕਿਤੇ ਠੇਸ ਪਹੁੰਚਾਉਣ 'ਚ ਕੁਝ ਹੱਦ ਤੱਕ ਕਾਮਯਾਬ ਤਾਂ ਹੋਏਗਾ। ਲਹਿਰ ਨੂੰ ਨਹੀਂ, ਬਿਲਕੁਲ ਵੀ ਨਹੀਂ। ਨਹੀਂ, ਉਸ ਤੋਂ ਬਾਅਦ ਕਾਫੀ ਫਰਕ ਪਿਆ। ਨਹੀਂ, ਬਿਲਕੁਲ ਵੀ ਨਹੀਂ। ਦੇਖੋ, ਜੰਗ ਹੈ ਨਾ, ਜੰਗ ਦੇ ਵਿੱਚ ਉਤਰਾਅ ਤੇ ਚੜਾਅ ਦੋਵੇਂ ਚੀਜ਼ਾਂ ਹਰ ਹਾਲਤ 'ਚ ਵਾਪਰਨੀਆਂ ਨੇ। ਹਾਲਾਤ ਹਮੇਸ਼ਾ ਸਾਡੇ ਕੰਟਰੋਲ 'ਚ ਨਹੀਂ ਰਹਿੰਦੇ। ਸਭ ਕੁਝ ਤੈਅ ਹਾਲਾਤਾਂ ਨੇ ਕਰਨਾ। ਹਾਲਾਤਾਂ ਨੇ ਤੈਅ ਕਰਨਾ ਕਿ ਸਾਡੀ ਲਹਿਰ ਡਾਊਨ ਜਾਏਗੀ ਜਾਂ ਅਪ ਜਾਏਗੀ। ਤਾਂ ਹਾਲਾਤ ਹਮੇਸ਼ਾ ਹੱਥ ਵੱਸ ਨਹੀਂ ਹੁੰਦੇ, ਅਪ ਡਾਊਨ ਹੋ ਸਕਦਾ, ਪਰ ਐਂ ਕਹੀਏ ਕੋਈ ਲੰਮੇ ਦਾਅ ਤੋਂ ਕੋਈ ਪ੍ਰਭਾਵਿਤ ਕਰ ਦਿੱਤਾ, ਐਸਾ ਕੁਝ ਨਹੀਂ ਹੈਗਾ। ਤੇ ਅੱਜ ਦੀ ਤਰੀਕ ਦੀ ਗੱਲ ਕਰੀਏ ਤੇ ਲੱਖੇ ਤੇ ਦੀਪ ਸਿੱਧੂ ਤੇ ਕੀ ਸਟੈਂਡ ਹੈ ਜਥੇਬੰਦੀ? ਦੇਖੋ, ਲੱਖਾ ਸਿਧਾਣਾ ਅਸੀਂ ਅੱਜ ਵੀ ਮੰਨਦੇ ਆ ਕਿ ਇਮਾਨਦਾਰ ਬੰਦਾ। ਪਿਛਲੇ ਸਮੇਂ 'ਚੋਂ ਇਹ ਵੀ ਨਹੀਂ ਕਿ ਲੱਖੇ ਸਿਧਾਣੇ ਤੋਂ ਨਹੀਂ ਗਲਤੀਆਂ ਵੀ ਹੋਈਆਂ, ਇਹਦੇ ਬਾਵਜੂਦ ਇਮਾਨਦਾਰ ਬੰਦਾ। ਪੰਜਾਬ ਪ੍ਰਤੀ ਉਹਦੀ ਇਮਾਨਦਾਰੀ ਦਿਸਦੀ ਹੈ। ਅੱਜ ਵੀ ਜੇਕਰ ਮਤਲਬ ਜਾਬਤਾ ਜਿਹੜਾ 32 ਜਥੇਬੰਦੀਆਂ ਦਾ, ਜਿੰਨਾ ਲੱਖਾ ਸਿਧਾਣਾ ਉਹਨੂੰ ਮੰਨਦਾ ਹੈ, ਉਹਨਾਂ ਉਹਦਾ ਰਿਸਪੈਕਟ ਵੀ ਕਰਨੇ। ਉਹ ਪ੍ਰੋਗਰਾਮਾਂ 'ਚ ਵੀ ਆਉਂਦਾ, ਪ੍ਰੋਗਰਾਮ ਇਕੱਠੇ ਵੀ ਜਥੇਬੰਦੀਆਂ ਉਹਦੇ ਨਾਲ ਕਰਦੀਆਂ ਨੇ। ਜੀ ਆਇਆਂ ਨੂੰ, ਪੰਜਾਬ ਦੇ ਹਿੱਤਾਂ ਲਈ ਜੋ ਵੀ ਲੜੇਗਾ, ਜੀ ਆਇਆਂ ਨੂੰ। ਅਸੀਂ ਸਾਰੇ ਲੜ ਰਹੇ ਹਾਂ। ਦੀਪ ਸਿੱਧੂ ਬਾਰੇ ਸਾਡਾ ਕੱਲ੍ਹ ਵੀ ਸਟੈਂਡ ਸਾਫ਼ ਸੀ, ਅੱਜ ਵੀ ਸਟੈਂਡ ਸੀ ਕਿ ਦੀਪ ਸਿੱਧੂ RSS ਦਾ ਏਜੰਡੇ ਦਾ ਥਾਪਿਆ ਹੋਇਆ ਇੱਕ ਮਨੁੱਖ ਹੈ, ਜਿਹੜਾ ਉਹੀ ਏਜੰਡਾ ਲੈ ਕੇ ਆਉਂਦਾ, ਜਿਹੜਾ 32 ਕਿਸਾਨ ਜਥੇਬੰਦੀਆਂ ਨੂੰ ਕਦੇ ਵੀ ਨਹੀਂ ਮਨਜ਼ੂਰ। ਦਲਾਲ ਦੀ ਭੂਮਿਕਾ ਦਲਾਲੀ ਕਰਨਾ ਹੁੰਦਾ ਹੈ, ਉਹ 19-21 ਦੇ ਫਰਕ ਨਾਲ ਕਰਦਾ ਹੈ। ਉਹਦੇ 'ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਇਹ ਤਿੰਨੋਂ ਪਾਰਟੀਆਂ ਜਾਂ ਚਾਰੋਂ ਪਾਰਟੀਆਂ, ਕੋਈ ਵੀ ਇਹਨਾਂ 'ਚੋਂ ਲੋਕ ਪੱਖੀ ਪਾਰਟੀਆਂ ਨੇ। ਇਹ ਜਿਹੜੇ 3 ਕਾਲੇ ਕਾਨੂੰਨ ਨੇ ਨਾ, ਅਸਲ 'ਚ ਕਾਂਗਰਸ ਦੀ ਦੇਣ ਨੇ। ਸ਼੍ਰੋਮਣੀ ਅਕਾਲੀ ਦਲ ਤੇ BJP ਨੇ ਇਹਨਾਂ ਨੂੰ ਪਾਲਿਆ ਤੇ ਪੋਸਿਆ, ਵੱਡੇ ਕੀਤਾ। ਸਾਰਿਆਂ ਨੇ ਬਾਕੀਆਂ ਨੇ, ਉਹ ਬਹੁਜਨ ਸਮਾਜ ਪਾਰਟੀ ਹੋਵੇ ਜਾਂ ਕਮਿਊਨਿਸਟ ਧਿਰਾਂ ਵੀ ਕਈ ਉਹਦੇ ਵਿੱਚ ਹੈਗੀਆਂ ਨੇ, ਜਿਨ੍ਹਾਂ ਸਾਰੀਆਂ ਨੇ ਇਹਨਾਂ ਨੂੰ ਪੱਲਣ ਵਿੱਚ ਸਹਿਯੋਗ ਕੀਤਾ ਇਹਨਾਂ ਦਾ। ਤਾਂ ਕਿਸੇ ਦਾ ਵੀ ਸਟੈਂਡ ਇਹਨਾਂ ਨਾਲੋਂ ਵੱਖਰਾ ਨਹੀਂਗਾ, ਸਾਰਿਆਂ ਦਾ ਸਟੈਂਡ ਇਹਦੇ ਉੱਤੇ ਇੱਕ ਹੀ। ਪਰ ਮੈਂ ਕਹਿੰਦਾ ਅੱਜ ਦੀ ਘੜੀ ਟਕੈਤ ਨੇ ਕੋਈ ਵੀ ਐਸਾ ਸ਼ੋਅ ਨਹੀਂ ਕੀਤਾ ਕਿ ਮੇਰੀ ਇਹਨਾਂ ਨਾਲ ਨਜ਼ਦੀਕੀ ਹੈ। ਆਉਣ ਵਾਲੇ ਸਮੇਂ 'ਚ ਕੋਈ ਹੋ ਸਕਦੀ ਹੈ, ਪਰ ਜਿੰਨਾ ਚਿਰ ਸੰਯੁਕਤ ਮੋਰਚਾ ਬਣਿਆ ਹੋਇਆ, ਆਹ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਗੱਲ ਇਹ ਆ ਕਿ ਉਹਨਾਂ ਚਿਰ ਇਸ ਮੋਰਚੇ ਦੀ ਜਿਹੜਾ ਸੰਵਿਧਾਨ ਵਿਧਾਨ ਹੈ, ਐਲਾਨਨਾਮਾ ਹੈ, ਉਹਦੀ ਪਾਲਣਾ ਕੌਣ ਕਰਦਾ? ਉਹਦੀ ਪਾਲਣਾ ਜਿੰਨਾ ਚਿਰ ਸਾਰੇ ਲੋਕ ਕਰ ਰਹੇ ਨੇ ਇਸ ਮੋਰਚੇ ਦੇ ਵਿੱਚ ਨੇ। ਜੇ ਟਕੈਤ ਵੀ ਦੀ ਪਾਲਣਾ ਨਾ ਕਰੇਗਾ, ਟਕੈਤ ਨੂੰ ਵੀ ਕੱਢ
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਨੀਕਾਰੂ ਮਫਲ ਵੌਇਸ ਦੇ ਇੰਡੀਪੈਂਡੈਂਟ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਪੂਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨ ਅੰਦੋਲਨ ਲਗਾਤਾਰ ਚੱਲਦਾ ਪਿਆ ਹੈ। ਸੋ ਸਾਲ ਭਰ ਹੋ ਗਿਆ ਹੈ ਕਰੀਬ ਇਸ ਅੰਦੋਲਨ ਨੂੰ ਚੱਲਦੇ ਹੋਏ। ਸੋ ਅੱਜ ਕੀ ਪੂਰੇ ਸਾਲ 'ਚ ਘਟਨਾਕ੍ਰਮ ਰਿਹਾ, ਇਸੇ ਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮੈਮਾ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਕੀ ਕੁਝ ਹੋਇਆ ਪੂਰੇ ਸਾਲ ਦੇ ਵਿੱਚ ਉਹਦੇ ਤੇ ਚਰਚਾ ਕਰਨੇ ਆ। ਸੋ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਨੇ ਆ। ਸਵਾਗਤ ਹੈ ਮੈਮਾ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਕਾਰੂ ਸਾਹਿਬ। ਮੈਮਾ ਸਾਹਿਬ, ਮੈਂ ਤਕਰੀਬਨ ਸਾਲ ਪਹਿਲਾਂ ਜਦੋਂ ਪਲੇਟਫਾਰਮਸ ਤੇ ਤੁਸੀਂ ਆ ਕੇ ਬੈਠੇ ਸੀ, ਉਦੋਂ ਤੁਹਾਡੇ ਤੋਂ ਇੱਕ ਸਵਾਲ ਕੀਤਾ ਸੀ ਕਿ ਮੋਦੀ ਤਾਂ ਮੰਨਦਾ ਨਹੀਂ, ਹੁਣ ਅੱਗੇ ਕੀ? ਹੁਣ ਮੋਦੀ ਫਿਰ ਨਹੀਂ ਮੰਨਦਾ ਪਿਆ, ਸਾਲ ਪਰ ਤੁਹਾਨੂੰ ਉੱਥੇ ਬੈਠੇ ਹੋ ਗਿਆ, ਹੁਣ ਅੱਗੇ ਕੀ? ਸਵਾਲ ਅੱਜ ਵੀ ਉੱਥੇ ਹੀ ਹੈ, ਅੱਗੇ ਕੀ? ਪਹਿਲੀ ਗੱਲ ਤਾਂ ਆ ਕਿ ਇਹ ਜਿਹੜੀ ਲੜਾਈ ਏ ਮੋਦੀ ਨਾਲ ਤਾਂ ਹੈ ਹੀ ਨਹੀਂਗੀ। ਮੋਦੀ ਦੇ ਮੰਨਣ ਜਾਂ ਨਾ ਮੰਨਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਡੀ ਜਿਹੜੀ ਅੱਜ ਦੀ ਇਹ ਲੜਾਈ ਏ, ਜੰਗ ਏ, ਇਹ ਦੇਸੀ ਤੇ ਵਿਦੇਸ਼ੀ ਕਾਰਪੋਰੇਟਸ ਦੇ ਨਾਲ ਹੈ, ਦੇਸੀ ਤੇ ਵਿਦੇਸ਼ੀ ਪੂੰਜੀਪਤੀਆਂ ਦੇ ਨਾਲ ਹੈ, ਔਰ ਵਿਦੇਸ਼ੀ ਸਰਮਾਏਦਾਰਾਂ ਜਿਹੜਾ ਸਾਮਰਾਜਵਾਦ ਹੈ ਉਹਦੇ ਨਾਲ ਹੈ। ਤਾਂ ਮੋਦੀ ਤਾਂ ਸਿਰਫ ਇੱਕ ਵਿੱਚ ਮੋਹਰੇ ਦਾ ਕੰਮ ਕਰ ਰਿਹਾ ਹੈ। ਮੋਦੀ ਦੇ ਮੰਨਣ ਜਾਂ ਨਾ ਮੰਨਣ ਦਾ ਸਵਾਲ ਨਹੀਂ ਪੈਦਾ ਹੁੰਦਾ। ਜੋ ਕਿਸਾਨ ਆਗੂਆਂ ਦੀ ਗੱਲ ਕਰੀਏ, 31 ਜਥੇਬੰਦੀਆਂ ਦੇ ਕਿਸਾਨ ਆਗੂ ਸੀ ਜੋ ਕਹਿ ਕੇ ਤੇ ਲੋਕਾਂ ਨੂੰ ਲੈ ਕੇ ਤੁਰੇ ਸੀ ਦਿੱਲੀ ਵੱਲ ਕੂਚ ਕਰਨ ਦੀ, ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਕਿਸਾਨ ਆਗੂ ਉੱਥੇ ਸਟੈਂਡ ਕਰਦੇ ਪਏ ਨੇ? ਜੀ ਅਸੀਂ ਜਿੱਦਣ ਇੱਥੋਂ ਤੁਰੇ ਸੀ ਨਾ, ਅਸੀਂ ਇਹ ਐਲਾਨ ਕਰਕੇ ਤੁਰੇ ਸੀ ਕਿ ਰੈਲੀ, ਧਰਨਾ ਜਾਂ ਮੁਜ਼ਾਹਰਾ ਨਹੀਂ, ਅਸੀਂ ਇੱਕ ਜੰਗ ਲੜਨ ਲੱਗੇ ਹਾਂ, ਇੱਕ ਯੁੱਧ ਲੜਨ ਲੱਗੇ ਹਾਂ, ਇੱਕ ਲੜਾਈ ਲੜਨ ਲੱਗੇ ਹਾਂ। ਯੁੱਧ ਦਾ, ਜੰਗ ਦਾ, ਲੜਾਈ ਦਾ ਨਿਯਮ ਹੁੰਦਾ ਏ ਕਿ ਉਹ ਕਿਸੇ ਧਿਰ ਦੇ ਚਾਹੁਣ ਜਾਂ ਨਾ ਚਾਹੁਣ ਨਾਲ ਨਾ ਛਿੜਦੀ ਏ ਤੇ ਨਾ ਖਤਮ ਹੁੰਦੀ ਏ। ਯੁੱਧ ਦੇ ਖਤਮ ਹੋਣ ਦਾ ਵਜ੍ਹਾ ਹੁੰਦੀ ਏ ਇੱਕ ਧਿਰ ਦਾ ਜਿੱਤ ਜਾਣਾ, ਇੱਕ ਧਿਰ ਦਾ ਹਾਰ ਜਾਣਾ, ਜਾਂ ਇੱਕ ਧਿਰ ਦਾ ਹਾਰ ਮੰਨ ਲੈਣਾ। ਤਾਂ ਇਹ ਅਸੀਂ ਅੱਜ ਵੀ ਉਸੇ ਗੱਲ ਤੇ ਹਾਂ ਕਿ ਅਸੀਂ ਇੱਕ ਯੁੱਧ ਲੜ ਰਹੇ ਹਾਂ। ਇੱਕ ਯੁੱਧ ਮੁਗਲ ਸਾਮਰਾਜ ਦੇ ਖਿਲਾਫ 10ਵੇਂ ਪਾਤਸ਼ਾਹ ਨੇ ਫੌਜ ਬਣਾ ਕੇ ਲੜਿਆ ਸੀ। ਬੇਹੱਦ ਬਹੁਤ ਲੰਮਾ ਇਤਿਹਾਸ ਹੈ ਉਹਦਾ, ਬਹੁਤ ਕੁਰਬਾਨੀਆਂ ਕਰਨੀਆਂ ਪਈਆਂ। ਚਰਖੜੀਆਂ ਤੇ ਚੜ੍ਹੇ ਸਾਡੇ ਸੂਰਬੀਰ ਯੋਧੇ, ਆਰਿਆਂ ਨਾਲ ਚੀਰੇ ਗਏ, ਦੇਗਾਂ 'ਚੋਂ ਉਬਾਲੇ ਗਏ। ਉਹਦੇ ਤੋਂ ਬਾਅਦ ਬਰਤਾਨਵੀ ਸਾਮਰਾਜ ਦੇ ਨਾਲ ਸਾਡੇ ਭਗਤ ਸਿੰਘ ਸਰਾਭਿਆਂ, ਊਧਮ ਸਿੰਘ, ਬਾਬਾ ਸੋਹਣ ਸਿੰਘ ਪਕਨਾ, ਗੁਰਮੁਖ ਸਿੰਘ ਹਰਾਂ, ਬਾਬਾ ਖੜਕ ਸਿੰਘ, ਰੂੜ ਸਿੰਘ ਹਰਾਂ ਨੇ ਇੱਕ ਯੁੱਧ ਲੜਿਆ ਜਿਹਦੇ 'ਚ ਬੇਸ਼ੁਮਾਰ ਕੁਰਬਾਨੀਆਂ ਹੋਈਆਂ। ਇਹਦੇ 'ਚ ਵੀ ਸਾਨੂੰ ਤੋਪਾਂ ਅੱਗੇ ਬੰਨ੍ਹ ਕੇ ਵੀ ਉਡਾਇਆ ਗਿਆ, ਗੋਲੀਆਂ ਨਾਲ ਉਡਾਇਆ ਗਿਆ, ਫਾਂਸੀਆਂ ਦਿੱਤੀਆਂ ਗਈਆਂ, ਅੰਡੇਮਾਨ ਦੀ ਜੇਲ੍ਹ ਦੇ ਵਿੱਚ ਸਾਨੂੰ ਸਾੜਿਆ ਗਿਆ। ਲੰਬੀ ਯੁੱਧ ਚੱਲਿਆ। ਬਰਤਾਨਵੀਆਂ ਨੂੰ ਸਰੀਰਕ ਤੌਰ 'ਤੇ ਅਸੀਂ ਭਾਰਤ ਵਿੱਚੋਂ ਖਦੇੜਨ 'ਚ ਕਾਮਯਾਬ ਹੋਏ, ਅੱਧੀ ਲੜਾਈ ਅਸੀਂ ਜਿੱਤ ਲਈ। ਤਾਂ ਉਹਦੇ ਤੋਂ ਬਾਅਦ ਇਹ ਤੀਜੀ ਲੜਾਈ ਫਿਰ ਉਸੇ ਰੂਪ ਦੀ ਏ। ਤਾਂ ਅਸੀਂ ਆਸ ਕਰਦੇ ਹਾਂ ਲੜਾਈ ਲੰਮੀ ਵੀ ਓਨੀ ਚੱਲ ਸਕਦੀ ਏ, ਸ਼ਹੀਦੀਆਂ ਵੀ ਓਨੀਆਂ ਦੇਣੀਆਂ ਪੈ ਸਕਦੀਆਂ ਨੇ, ਕੁਰਬਾਨੀਆਂ ਵੀ ਓਨੀਆਂ ਕਰਨੀਆਂ ਦੇ ਸਕਦੀਆਂ, ਪਰ ਜਿੱਤ ਸਾਡੀ ਨਿਸ਼ਚਿਤ ਏ। ਕਿਸਾਨ ਆਗੂ ਉਸ ਦਿਨ ਵੀ ਇਸ ਗੱਲ 'ਤੇ ਸਨ ਤੇ ਅੱਜ ਵੀ ਇਸ ਗੱਲ 'ਤੇ ਨੇ ਕਿ ਸਾਡੀ ਜਿੱਤ ਨਿਸ਼ਚਿਤ ਏ। ਇਸ ਸਾਲ ਦੇ ਵਿੱਚ ਅਸੀਂ ਬਹੁਤ ਵੱਡੀ ਪੱਧਰ ਦਾ ਜਿਹੜਾ ਏ ਉਹ ਜਿੱਤਾਂ ਜਿੱਤੀਆਂ ਨੇ, ਹਾਸਲ ਕੀਤਾ। ਬਿਲਕੁਲ। ਤਾਂ ਜਿਹੜਾ ਲੜਾਈ ਜਿੰਨਾ ਅਸੀਂ ਲੜੇ, ਜਿੰਨੀ ਲੰਮੀ ਚੱਲੀ, ਉਨੀਆਂ ਉਹਦੀਆਂ ਪ੍ਰਾਪਤੀਆਂ ਵੀ ਹੈਗੀਆਂ ਨੇ। ਅੱਗੇ ਲੜਾਂਗੇ ਤੇ ਆਖਰੀ ਜਿੱਤ ਤੱਕ। ਬੰਗਾਲ ਚੋਣਾਂ ਦਾ ਤਜਰਬਾ ਕਿਹੋ ਜਿਹਾ ਰਿਹਾ, ਇਹ ਵੀ ਦਰਸ਼ਕਾਂ ਨਾਲ ਸਾਂਝੇ ਰਹੋ। ਤੁਸੀਂ ਬੰਗਾਲ ਚੋਣਾਂ 'ਚ ਬੀਜੇਪੀ ਦੇ ਵਿਰੁੱਧ ਪ੍ਰਚਾਰ ਕੀਤਾ, ਜਿਸ ਦੇ ਵਜੋਂ ਬੀਜੇਪੀ ਨੂੰ ਇੱਕ ਭਾਰੀ ਨੁਕਸਾਨ ਦਾ ਸਾਹਮਣਾ ਉੱਥੇ ਕਰਨਾ ਪਿਆ, ਉਸ ਦਾ ਤਜਰਬਾ? ਅਸੀਂ ਇਹ ਮੰਨਦੇ ਹਾਂ ਕਿ ਬੰਗਾਲ ਦੇ ਵਿੱਚ ਬੀਜੇਪੀ ਦੀ ਹਾਰ ਦਾ ਵੱਡਾ ਕਾਰਨ ਕਿਸਾਨ ਜਥੇਬੰਦੀਆਂ ਦੀ ਜਿਹੜੀ ਉੱਥੇ ਐਜੀਟੇਸ਼ਨ ਸੀ ਉਹ ਚੱਲੀ। ਪੰਜਾਬ ਦੀ ਖੇਤੀ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਇੱਥੋਂ ਦੇ ਹਾਲਾਤ ਨੂੰ ਬੰਗਾਲੀ ਲੋਕ ਇੰਨਾ ਡੂੰਘਾ ਤਰ੍ਹਾਂ ਨਹੀਂ ਸੀ ਜਾਣਦੇ ਜਿੰਨਾ ਸਾਡੇ ਉੱਥੇ ਜਾਣ ਤੋਂ ਬਾਅਦ ਜਾਣਨ ਲੱਗੇ ਹੋ। ਉਹਦੇ ਤੋਂ ਬਾਅਦ ਸਾਡੇ ਲਿੰਕ ਬਣੇ, ਉਹਨਾਂ ਦੇ ਫੋਨ ਆਉਂਦੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤਾਂ ਹਾਲਾਤ ਐਸੇ ਪੈਦਾ ਹੋਏ ਬੰਗਾਲ ਦੇ ਵਿੱਚ ਕਿ ਉੱਥੋਂ ਦੇ ਲੋਕਾਂ ਨਾਲ ਹੁਣ ਜਦੋਂ ਕਈ ਵਾਰ ਗੱਲ ਹੁੰਦੀ, ਉਹ ਕਹਿੰਦੇ ਵੀ ਪਹਿਲਾਂ ਵੀ ਸੀ ਹਾਲਤ ਤਾਂ ਇਹ, ਪਰ ਉਹ ਕਹਿੰਦੇ ਵੀ ਅਸੀਂ ਖਬਰਾਂ ਸੁਣਦੇ ਹਾਂ ਨਾ, ਜਦੋਂ ਟੀਵੀ ਦੇ ਉੱਤੇ ਕਿਤੇ ਮੋਦੀ ਦੀ ਕੋਈ ਵੀਡੀਓ ਆ ਜਾਂਦੀ ਤਾਂ ਅਸੀਂ ਚੈਨਲ ਬਦਲ ਦਿੰਦੇ ਹਾਂ। ਮਤਲਬ ਕਿ ਟੀਵੀ 'ਤੇ ਵੀ ਉਹ ਮੋਦੀ ਦੀ ਸ਼ਕਲ ਵੇਖ ਕੇ ਵੀ ਰਾਜੀ ਨਹੀਂ ਗਏ। ਇੰਨਾ ਉਹਨਾਂ ਲੋਕਾਂ ਨੇ ਸਾਡੀ ਐਜੀਟੇਸ਼ਨ ਸੀ ਇਹਦੇ ਨਾਲ ਜੁੜ ਕੇ, ਇਹਦੀਆਂ ਹਕੀਕਤਾਂ ਜਾਣ ਕੇ
ਇੰਨਾ ਵੱਡਾ ਪ੍ਰਭਾਵ ਉਹਨਾਂ ਲੋਕਾਂ ਤੇ ਪਿਆ ਕਿ ਉਹ ਇਹਦੀ ਸ਼ਕਲ ਵੇਖ ਕੇ ਰਾਜੀ ਨਹੀਂ। ਤਾਂ ਬਹੁਤ ਵਧੀਆ, ਬਹੁਤ ਚੰਗਾ ਤਜਰਬਾ ਸੀ, ਜਿਹੜਾ ਸਾਨੂੰ ਲੱਗਦਾ ਕਿ ਅਸੀਂ ਯੂਪੀ ਦੇ ਵਿੱਚ ਵੀ ਉਹਨੂੰ ਦੁਹਰਾਵਾਂਗੇ। ਮਹਿਮਾ ਸਾਹਿਬ, ਪਿਛਲੇ ਆਪਾਂ ਸਾਲ ਪਰਦੇ ਅੰਦੋਲਨ ਦੀ ਗੱਲ ਕਰੀਏ ਤੇ ਪਿਛਲੇ ਸਮੇਂ 'ਚ ਇਹ ਦੇਖਣ ਲਈ ਆਇਆ ਸੈਲੀਬ੍ਰਿਟੀਜ਼ ਚਿਹਰੇ ਪੰਜਾਬ ਦੇ ਗਾਇਕਾਰ, ਸੰਗੀਤਕਾਰ, ਡਾਇਰੈਕਟਰ, ਪ੍ਰੋਡਿਊਸਰ ਜੋ ਵੀ ਸਟੇਜਾਂ ਤੇ ਆਏ, ਜਿਨ੍ਹਾਂ ਨਾਲ ਯੂਥ ਦਾ ਇਕੱਠ ਹੋਇਆ, ਆਗੂਆਂ ਨੇ ਵੀ ਉਹਨਾਂ ਨੂੰ ਅਲਾਉ ਕੀਤਾ। ਮਗਰ ਕਿਤੇ ਨਾ ਕਿਤੇ ਉਸ ਚੀਜ਼ ਦਾ ਖਾਮਿਆਜ਼ਾ ਨਹੀਂ ਭੁਗਤਣਾ ਪਿਆ। ਕਿਵੇਂ? ਮੈਂ ਗੱਲ ਕਰਦਾ ਪਿਆ ਦੀਪ ਸਿੱਧੂ ਦੀ, ਕਿ ਇਕੱਠ ਕਰਨ ਲਈ ਯੂਥ ਆਈਕਨ ਦੇ ਤੌਰ ਤੇ ਉਸ ਨੂੰ ਪ੍ਰਚਾਰਿਆ ਗਿਆ ਜਾਂ ਸੀ ਵੀ ਨਹੀਂ, ਦੀਪ ਸਿੱਧੂ ਨੂੰ ਕੋਈ ਇਕੱਠ ਕਰਨ ਵਾਸਤੇ ਨਹੀਂ ਸੀ ਬੁਲਾਇਆ ਗਿਆ ਕਦੇ ਵੀ। ਦੀਪ ਸਿੱਧੂ ਦੀ ਐਂਟਰੀ ਹੈ ਜਿਹੜੀ, ਉਹਦੇ ਆਪਦੇ ਇੱਕ ਏਜੰਡੇ ਦੇ ਤਹਿਤ ਸੀ, ਜਿਹੜਾ ਏਜੰਡਾ ਜਦੋਂ ਉਹਦਾ ਕਾਮਯਾਬ ਹੁੰਦਾ ਨਹੀਂ ਦਿਸਿਆ ਤਾਂ ਉਹ ਛੱਡ ਕੇ ਚਲਾ ਗਿਆ। ਕੀ ਦੀਪ ਸਿੱਧੂ ਤੋਂ ਬਗੈਰ ਵੀ ਕਿਸੇ ਵੀ ਕਲਾਕਾਰ ਨੂੰ ਸਟੇਜਾਂ ਤੇ ਬੁਲਾਉਣ ਦਾ ਸਾਡਾ ਕਦੇ ਵੀ ਐਸਾ ਨਹੀਂ ਰਿਹਾ ਕਿ ਅਸੀਂ ਇਕੱਠ ਕਰਨਾ, ਕਿਉਂਕਿ ਅਸੀਂ ਇਹ ਸਮਝਦੇ ਹੀ ਨਹੀਂ ਕਿ ਸਾਡੀ ਗੱਲ 'ਚ ਇੰਨੀ ਤਾਕਤ ਨਹੀਂ ਹੈਗੀ ਕਿ ਲੋਕਾਂ ਨੂੰ ਇਕੱਠੇ ਨਾ ਕਰ ਸਕੇ, ਤੇ ਇਸ ਕਰਕੇ ਸਾਨੂੰ ਕਿਸੇ ਦਾ ਸਹਾਰਾ ਲੈ ਕੇ ਇਕੱਠ ਕਰਨਾ ਪਵੇ। ਕਲਾਕਾਰ ਆਏ ਨੇ, ਕਲਾਕਾਰਾਂ ਦਾ ਸਮਾਜ ਦੇ ਵਿੱਚ ਇੱਕ ਬਹੁਤ ਅਹਿਮ ਯੋਗਦਾਨ ਹੁੰਦਾ, ਸੱਭਿਆਚਾਰ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ। ਸਾਨੂੰ ਲੱਗਦਾ ਇਨਕਲਾਬਾਂ ਦੇ ਵਿੱਚੋਂ ਇੱਕ ਇਨਕਲਾਬ ਹੀ ਸੱਭਿਆਚਾਰਕ ਇਨਕਲਾਬ ਦੀ ਲੋੜ ਪੈਂਦੀ ਹੈ। ਆਰਥਿਕ ਇਨਕਲਾਬ, ਸਮਾਜਿਕ ਇਨਕਲਾਬ, ਉਹਨਾਂ ਇਨਕਲਾਬ ਦੇ ਵਿੱਚੋਂ ਇੱਕ ਸੱਭਿਆਚਾਰਕ ਇਨਕਲਾਬ ਦਾ ਇੱਕ ਪੜਾਅ ਹੈ ਜਿਹਦੀ ਲੋੜ ਪੈਂਦੀ ਹੈ। ਇੰਨੀ ਮਹੱਤਤਾ ਹੈ ਸੱਭਿਆਚਾਰ ਦੀ। ਦੀਪ ਸਿੱਧੂ ਤਾਂ ਇਸ ਸਮੇਂ ਤੇ ਵੇਖੋ, ਵੱਖ-ਵੱਖ ਕਲਾਕਾਰ ਨੇ ਜਿਹੜੇ ਐਜੀਟੇਸ਼ਨ ਨਾਲ ਜੁੜੇ, ਇਹਦੇ ਮੁਤਲਕ ਲਿਖਿਆ, ਗਾਇਆ। ਉਹ ਜਿਵੇਂ ਇੱਕ ਆਗੂ ਸਟੇਜ ਤੇ ਜਾਂਦਾ ਉਸੇ ਰੂਪ 'ਚ ਆਉਂਦੇ ਰਹੇ, ਅੱਜ ਵੀ ਆਉਂਦੇ ਨੇ। ਕਰਮਲ ਗਰੇਵਾਲ ਆਉਂਦਾ ਹੈ ਸਾਡੇ ਇੱਥੋਂ, ਸਰਜੀਤ ਸਿੱਧੂ ਹੈ, ਜਦੋਂ ਸਾਡੇ ਲੋਕਲ ਪ੍ਰੋਗਰਾਮ ਹੁੰਦੇ ਨੇ ਅਸੀਂ ਉਹਨੂੰ ਸੱਦਦੇ ਹਾਂ। ਉਹ ਲੋਕ ਜੁੜੇ ਹੋਏ ਨੇ, ਖੁਦ ਕਿਸਾਨ ਨੇ, ਕਿਸਾਨੀ ਕਰਦੇ ਨੇ, ਜੁੜੇ ਨੇ। ਕਿਸੇ ਵੀ ਕਲਾਕਾਰ ਨੂੰ ਇਕੱਠ ਕਰਨ ਲਈ ਕਦੇ ਵੀ ਨਾ ਬੁਲਾਇਆ ਗਿਆ, ਨਾ ਅਸੀਂ ਬੁਲਾਵਾਂਗੇ। ਨਹੀਂ, ਜੋ ਇੱਕ ਦਿਨ ਪਹਿਲਾਂ ਦੀ ਵੀਡੀਓ ਸਾਹਮਣੇ ਆਈਆਂ ਜਿੱਥੇ ਕਿ ਪੰਥਕ ਨਾਅਰੇ ਲਾਏ ਗਏ, ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤਾ ਗਿਆ ਕਿ 26 ਤਰੀਕ ਤੋਂ ਪਹਿਲਾਂ ਕਿਸਾਨ ਆਗੂ ਇਸ ਚੀਜ਼ ਨੂੰ ਭਾਫਣ 'ਚ ਥੋੜ੍ਹੇ ਕਿਤੇ ਨਾਕਾਮ ਤਾਂ ਨਹੀਂ ਰਹੇ ਤੁਹਾਡੇ ਮੁਤਾਬਕ? ਨਹੀਂ, ਜੇ ਇਹਨੂੰ ਬੁੱਝਣ 'ਚ ਨਾਕਾਮ ਹੁੰਦੇ ਤਾਂ ਇਹ 26 ਜਨਵਰੀ ਨੂੰ ਸ਼ਾਇਦ ਬਹੁਤ ਵੱਡਾ ਕੋਈ ਘਟਨਾ ਵਾਪਰ ਸਕਦੀ ਸੀ। ਤੁਹਾਡੇ ਮੁਤਾਬਕ 25 ਦੀ ਰਾਤ ਨੂੰ ਇਹ ਸਾਰਾ ਕੁਝ ਨਿਕਾਹ ਸੀ। ਇਹ ਸਭ ਕਾਸੇ ਨੂੰ ਅਸੀਂ ਵਾਚਿਆ ਸੀ। ਇਹਦੇ ਤੇ ਬਹਿ ਕੇ ਬਕਾਇਦਾ ਮੇਰਾ ਖਿਆਲ 5-6 ਘੰਟੇ ਮੀਟਿੰਗ ਚੱਲੀ। ਇਹ ਫਟਾਫਟ ਫੈਸਲੇ ਹੁੰਦੇ ਰਹੇ ਨੇ, ਅਗਲੇ ਦਿਨ ਦੀ ਪਲੈਨਿੰਗ ਹੁੰਦੀ ਰਹੀ, ਫੈਸਲੇ ਹੁੰਦੇ ਰਹੇ ਔਰ ਫੈਸਲੇ ਕਨਵੇ ਕਰਕੇ ਉਹਨਾਂ ਤੇ ਅਮਲ ਕਰਦੇ ਰਹੇ ਅਸੀਂ। ਤਾਂ ਇਹ ਨਹੀਂ ਕਿ ਇਹਨੂੰ ਭਾਫਣ ਦੇ ਵਿੱਚ ਕੋਈ ਅਣਗਹਿਲੀ ਹੋ ਗਈ। ਦੀਪ ਸਿੱਧੂ ਦਾ ਏਜੰਡਾ ਸਾਨੂੰ ਪਹਿਲਾਂ ਵੀ ਸਾਫ਼ ਸੀ ਕਿ ਇਹਦਾ ਏਜੰਡਾ ਕੀ ਹੈ। ਉਸ ਏਜੰਡੇ ਨੂੰ ਜਾਣਨ ਤੋਂ ਬਾਅਦ ਹੀ 26 ਜਨਵਰੀ ਨੂੰ ਬਹੁਤ ਵੱਡੀਆਂ ਘਟਨਾ ਜਿਹੜੀਆਂ ਹੋਈਆਂ ਉਹਨੂੰ ਰੋਕਿਆ ਗਿਆ ਹੈ। ਉਹ ਸਭ ਕਾਸੇ ਨੂੰ ਸੰਭਾਲਿਆ ਗਿਆ। ਐਸਾ ਨਹੀਂ ਕਿ ਸਾਨੂੰ ਅੰਦਾਜ਼ਾ ਨਹੀਂ ਸੀ, ਅੰਦਾਜ਼ਾ ਸੀ। ਅੰਦਾਜ਼ਾ ਹੋਣ ਕਰਕੇ ਅਸੀਂ ਉਹਨੂੰ ਸੰਭਾਲ ਸਕੇ। ਉਸ ਤੋਂ ਬਾਅਦ ਦੀਪ ਸਿੱਧੂ ਨੂੰ ਵੱਖ-ਵੱਖ ਪੰਥਕ ਆਗੂਆਂ ਵੱਲੋਂ ਜਾਂ ਸਿਆਸੀ ਪਾਰਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ, ਸਰੋਪੇ ਭੇਟ ਕੀਤੇ ਗਏ। ਦੇਖੋ ਜੀ, ਇੱਕ ਏਜੰਡਾ ਹੈ। ਉਸ ਏਜੰਡੇ ਦੇ ਨਾਲ ਸਹਿਮਤ ਜਿੰਨੀਆਂ ਵੀ ਧਿਰਾਂ ਨੇ, ਉਹ ਸਾਰਾ ਮਤਲਬ ਤੇਰੀ ਇੱਕ ਬਣ ਕੇ ਵਿਚਰ ਰਹੀਆਂ ਨੇ। ਤਾਂ ਇੱਕ ਧਿਰ ਦੇ ਲੋਕ ਨੇ, ਉਹ ਇੱਕ ਦੂਜੇ ਨੂੰ ਸਨਮਾਨਿਤ ਕਰਨਗੇ ਹੀ, ਸਾਰਾ ਕੁਝ ਕਰਨਗੇ ਹੀ। ਉਸ ਏਜੰਡੇ ਜਾਂ ਉਸ ਵਿਚਾਰਧਾਰਾ ਦੇ ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ, ਮਗਰ ਕਿਤੇ ਨਾ ਕਿਤੇ ਠੇਸ ਪਹੁੰਚਾਉਣ 'ਚ ਕੁਝ ਹੱਦ ਤੱਕ ਕਾਮਯਾਬ ਤਾਂ ਹੋਏ ਨੇ। ਲਹਿਰ ਨਹੀਂ, ਬਿਲਕੁਲ ਵੀ ਨਹੀਂ। ਉਸ ਤੋਂ ਬਾਅਦ ਕਾਫੀ ਫਰਕ ਪਿਆ। ਨਹੀਂ, ਬਿਲਕੁਲ ਵੀ ਨਹੀਂ। ਦੇਖੋ, ਜੰਗ ਹੈ ਨਾ, ਜੰਗ ਦੇ ਵਿੱਚ ਉਤਰਾਅ ਤੇ ਚੜਾਅ ਦੋਵੇਂ ਚੀਜ਼ਾਂ ਹਰ ਹਾਲਤ 'ਚ ਵਾਪਰਨੀਆਂ ਨੇ। ਬਿਲਕੁਲ, ਹਾਲਾਤ ਹਮੇਸ਼ਾ ਸਾਡੇ ਕੰਟਰੋਲ 'ਚ ਨਹੀਂ ਰਹਿੰਦੇ। ਸਭ ਕੁਝ ਤੈਅ ਹਾਲਾਤਾਂ ਨੇ ਕਰਨਾ। ਹਾਲਾਤਾਂ ਨੇ ਤੈਅ ਕਰਨਾ ਕਿ ਸਾਡੀ ਲਹਿਰ ਡਾਊਨ ਜਾਏਗੀ ਜਾਂ ਅਪ ਜਾਏਗੀ। ਤਾਂ ਹਾਲਾਤ ਹਮੇਸ਼ਾ ਹੱਥ ਵੱਸ ਨਹੀਂ ਹੁੰਦੇ, ਅਪ ਡਾਊਨ ਹੋ ਸਕਦਾ, ਪਰ ਐਂ ਕਹੀਏ ਕੋਈ ਲੰਮੇ ਦਾਅ ਤੋਂ ਕੋਈ ਪ੍ਰਭਾਵਿਤ ਕਰ ਦਿੱਤਾ, ਐਸਾ ਕੁਝ ਨਹੀਂ ਹੈਗਾ। ਤੇ ਅੱਜ ਦੀ ਤਰੀਕ ਦੀ ਗੱਲ ਕਰੀਏ ਤੇ ਲੱਖੇ ਤੇ ਦੀਪ ਸਿੱਧੂ ਤੇ ਕੀ ਸਟੈਂਡ ਹੈ ਜਥੇਬੰਦੀਆਂ ਦਾ? ਦੇਖੋ, ਲੱਖਾ ਸਿਧਾਣਾ ਅਸੀਂ ਅੱਜ ਵੀ ਮੰਨਦੇ ਆ ਕਿ ਇਮਾਨਦਾਰ ਬੰਦਾ। ਪਿਛਲੇ ਸਮੇਂ 'ਚੋਂ ਇਹ ਵੀ ਨਹੀਂ ਕਿ ਲੱਖੇ ਸਿਧਾਣੇ ਤੋਂ ਨਹੀਂ ਗਲਤੀਆਂ ਵੀ ਹੋਈਆਂ ਨੇ, ਇਹਦੇ ਬਾਵਜੂਦ ਇਮਾਨਦਾਰ ਬੰਦਾ। ਪੰਜਾਬ ਪ੍ਰਤੀ ਉਹਦੀ ਇਮਾਨਦਾਰੀ ਦਿਸਦੀ ਹੈ। ਅੱਜ ਵੀ ਜੇਕਰ ਮਤਲਬ ਜਾਬਤਾ ਜਿਹੜਾ 32 ਜਥੇਬੰਦੀਆਂ ਦਾ, ਜਿੰਨਾ ਲੱਖਾ ਸਿਧਾਣਾ ਉਹਨੂੰ ਮੰਨਦਾ ਹੈ, ਉਹਨਾਂ ਉਹਦਾ ਰਿਸਪੈਕਟ ਵੀ ਕਰਨੇ। ਉਹ ਪ੍ਰੋਗਰਾਮਾਂ 'ਚ ਵੀ ਆਉਂਦਾ, ਪ੍ਰੋਗਰਾਮ ਇਕੱਠੇ ਵੀ ਜਥੇਬੰਦੀਆਂ ਉਹਦੇ ਨਾਲ ਕਰਦੀਆਂ ਨੇ। ਜੀ ਆਇਆਂ ਨੂੰ,
ਪੰਜਾਬ ਦੇ ਹਿੱਤਾਂ ਲਈ ਜੋ ਵੀ ਲੜੇਗਾ ਜੀ ਆਇਆਂ ਨੂੰ, ਅਸੀਂ ਸਾਰੇ ਹੀ ਲੜ ਰਹੇ ਹਾਂ। ਦੀਪ ਸਿੱਧੂ ਬਾਰੇ ਸਾਡਾ ਕੱਲ੍ਹ ਵੀ ਸਟੈਂਡ ਸਾਫ਼ ਸੀ, ਅੱਜ ਵੀ ਸਟੈਂਡ ਸਾਫ਼ ਹੈ ਕਿ ਦੀਪ ਸਿੱਧੂ RSS ਦਾ ਏਜੰਡੇ ਦਾ ਥਾਪਿਆ ਹੋਇਆ ਇੱਕ ਮਨੁੱਖ ਹੈ, ਜਿਹੜਾ ਉਹੀ ਏਜੰਡਾ ਲੈ ਕੇ ਆਉਂਦਾ ਜਿਹੜਾ 32 ਕਿਸਾਨ ਜਥੇਬੰਦੀਆਂ ਨੂੰ ਕਦੇ ਵੀ ਨਹੀਂ ਮਨਜ਼ੂਰ। ਇਸ ਕਰਕੇ ਨਾ ਦੀਪ ਸਿੱਧੂ ਮਨਜ਼ੂਰ ਹੈ, ਨਾ ਉਹਦਾ ਏਜੰਡਾ ਮਨਜ਼ੂਰ ਹੈ। ਇੱਕ ਗੱਲ ਹੋਰ ਮਹਿਮਾ ਸਾਹਿਬ, ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਕੀਤੀ ਜਦੋਂ ਅੰਦੋਲਨ ਦੀ ਸ਼ੁਰੂਆਤ ਸੀ ਕਿ ਹਰਿਆਣੇ ਵਾਲੇ ਦੀ ਹਜੇ ਕਿ ਉੱਥੇ BJP ਦੀ ਸਰਕਾਰ ਹੈ ਤਾਂ ਵੀ ਖੁੱਲ੍ਹ ਕੇ ਵਿਰੋਧ ਕਰਦੇ ਨੇ, ਮਗਰ ਪੰਜਾਬ ਦੇ ਲੋਕ ਹਜੇ ਵੀ ਸਟੇਜਾਂ ਦੇ ਝੁੰਗੀ ਤੇ ਆਪਾਂ ਜਿੱਦਣ ਬੰਦ ਕੀਤਾ ਸੀ ਸਤੰਬਰ ਦੇ ਮਹੀਨੇ 'ਚ ਦੇਖਣ ਨੂੰ ਆਇਆ ਸੀ ਕਿ ਉਹੀ ਸਿਆਸੀ ਪਾਰਟੀਆਂ ਦੇ ਲੋਕ, ਅਕਾਲੀ ਦਲ ਦੀ ਕਹਿ ਲਈਏ, ਕਾਂਗਰਸ ਦੀ ਕਹਿ ਲਈਏ, ਉਹ ਸਟੇਜ ਤੋਂ ਵੀ ਉਹਨਾਂ ਨੂੰ ਬੋਲਣ ਦਾ ਸਮਾਂ ਦਿੱਤਾ, ਮਗਰ ਉਹ ਪਾਰਟੀਆਂ ਨਿਰੰਤਰ ਉਵੇਂ ਹੀ ਜੁੜੇ ਹੋਏ ਨੇ ਜਿਨ੍ਹਾਂ ਪਾਰਟੀਆਂ ਦਾ ਇਸ ਕਾਨੂੰਨ ਨੂੰ ਪਾਸ ਕਰਾਉਣ ਦੇ ਵਿੱਚ ਵੱਡਾ ਹੱਥ ਦਿਖਦਾ ਪਿਆ ਸੀ ਤੇ ਜਿਨ੍ਹਾਂ ਦਾ ਕਿਸਾਨਾਂ ਵੱਲੋਂ ਖੁੱਲ੍ਹ ਕੇ ਵਿਰੋਧ ਵੀ ਕੀਤਾ ਗਿਆ ਸੀ। ਉਹਨਾਂ ਪਾਰਟੀਆਂ ਦੇ ਆਗੂ ਹਜੇ ਵੀ ਸਟੇਜਾਂ 'ਤੇ, ਕਿਸਾਨ ਯੂਨੀਅਨ ਦੀ ਪਹਿਲਾਂ ਤਾਂ ਹਜੇ ਘੱਟ ਸੀ ਮਗਰ ਹੁਣ ਸਗੋਂ ਜ਼ਿਆਦਾ ਸਟੇਜਾਂ 'ਤੇ ਦੇਖਣ ਨੂੰ ਮਿਲ ਰਹੇ ਨੇ। ਮੇਰੀ ਨਿਗਾਹ 'ਚ ਨਹੀਂ ਹੈਗਾ ਜੀ ਕਿ ਕਿਹੜਾ ਕੋਈ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਜਾਂ ਕਿਸੇ ਦਾ ਕੋਈ ਆਗੂ ਸਟੇਜ 'ਤੇ ਬੋਲਿਆ ਹੈ। 7 ਨੰਬਰ ਚੁੰਗੀ 'ਤੇ ਕੋਈ ਮੇਰੇ ਨਾਂ ਹੁੰਦਿਆਂ ਕੋਈ ਐਸੀ ਘਟਨਾ ਹੋਈ ਹੋਵੇ ਤੇ ਮੈਨੂੰ ਪਤਾ ਨਹੀਂ। ਸਾਡਾ ਅੱਜ ਵੀ ਐਲਾਨ ਹੈ ਕਿ ਸਾਡੀ ਸਟੇਜ 'ਤੇ ਕਿਸੇ ਨੂੰ ਵੀ ਜੀ ਆਇਆ ਨਹੀਂ ਕਿਹਾ। ਪਾਰਟੀਆਂ ਨੂੰ ਦੇਖਿਆ, ਚਾਹੇ BJP ਦੀ ਗੱਲ ਕਰੀਏ, ਅਕਾਲੀ ਦਲ ਜਾਂ ਕਾਂਗਰਸ ਦੀ ਜਾਂ ਕਿਸੇ ਦੀ ਵੀ ਗੱਲ ਕਰੀਏ, ਮਗਰ ਇਸ ਤਰੀਕੇ ਨਾਲ ਕਿਉਂ ਹੈ ਕਿ ਇਹ ਕਾਰਪੋਰੇਟਸ ਨਾਲ ਜੋ ਪਾਰਟੀਆਂ ਤੁਸੀਂ ਕਹਿੰਦੇ ਹੋਏ ਜੁੜੀਆਂ ਹੋ, ਜ਼ਮੀਨਾਂ ਵੀ ਇਹਨਾਂ ਕਿਸਾਨਾਂ ਦੀ ਜਾਣੀਆਂ ਨੇ, ਮਗਰ ਇਹ ਫਿਰ ਵੀ ਗੂੰਦ ਵਾਂਗੂ ਕਿਉਂ ਚਿਪਕੇ ਹੋਇਆ ਕਿ ਇਹਨਾਂ ਦੇ ਪਿੰਡੇ 'ਚ ਰੀੜ ਦੀ ਹੱਡੀ ਨਹੀਂ ਹੈਗੀ ਕਿ ਉਹ ਹਜੇ ਵੀ ਉਹਨਾਂ ਦਾ ਪਾਣੀ ਭਰਦੇ ਨੇ। ਕੁਦਰਤੀ ਗੱਲ ਹੈ। ਆਹ ਫੜ ਪੁੱਤਰ ਉੱਠੋ, ਤਾਂ ਉਹ ਪਿਆ ਹੋਇਆ ਮੇਰਾ ਨਾ ਖਾਡੇ ਦੇ ਉੱਤੇ। ਇਹ ਕੱਦੂ ਹੈ ਜੀ, ਬਿਲਕੁਲ ਜੀ, ਕੁਦਰਤੀ ਗੱਲ ਮੇਰੇ ਲੱਗੇ ਹੋਏ ਨੇ, ਮੈਂ ਤੋੜ ਕੇ ਲਿਆਉਣਾ। ਇਹਦਾ ਕੁਦਰਤੀ ਆਕਾਰ ਹੈ, ਕੁਦਰਤੀ ਆਕਾਰ ਹੈ, ਗੋਲ ਇਹਦਾ ਕੁਦਰਤੀ ਆਕਾਰ। ਬਿਲਕੁਲ ਜੀ। ਮੈਂ ਤੁਹਾਨੂੰ ਤਜਰਬਾ ਕਰਾਉਣ ਵਾਸਤੇ ਕਰ ਸਕਣਾ, ਅਸੀਂ ਕੀਤਾ ਵੀ ਹੋਇਆ ਤਜਰਬਾ। ਇੱਕ ਵਾਰ ਅਸੀਂ ਕਿਸੇ YouTube ਚੈਨਲ ਤੇ ਚਾਈਨਾ ਦੇ ਕਿਸਾਨਾਂ ਨੂੰ ਵੇਖਿਆ ਸੀ, ਉਹਦੇ ਤੋਂ ਬਾਅਦ ਅਸੀਂ ਆਪ ਤਜਰਬਾ ਕੀਤਾ। ਜਦੋਂ ਇਹ ਛੋਟਾ ਸੀ ਨਾ, ਛੋਟਾ ਮੋਲਡ 'ਚ ਪਾ ਦਿੰਦੇ ਇਹਨੂੰ ਮੋਲਡ 'ਚ ਪਾਤਾ ਤੇ ਇਹਦਾ ਆਕਾਰ, ਉਹ ਡੱਬਾ ਸੀ ਸਪਰੇਅ ਵਾਲਾ, ਉਹ ਬਿਲਕੁਲ ਇਹ ਸਪਰੇਅ ਵਾਲੇ ਡੱਬੇ ਵਰਗਾ ਹੋ ਗਿਆ, ਡੱਬੇ ਵਰਗਾ ਹੋ ਗਿਆ। ਇਹ ਆਜ਼ਾਦ ਹੈ, ਇਹਦਾ ਕੁਦਰਤੀ ਰੂਪ ਹੈ। ਜਦੋਂ ਇਹ ਆਜ਼ਾਦੀ ਨਾਲ ਰੂਪ ਧਾਰੇਗਾ ਤੇ ਆਪਦਾ ਇਹ ਅਸਲੀ ਰੂਪ ਧਾਰੇਗਾ। ਜਦੋਂ ਇਹਦੇ ਦੁਆਰੇ ਤੁਸੀਂ ਇੱਕ ਚੌਕਟਾ ਵੱਲ ਦਿਓਗੇ ਤਾਂ ਇਹਦੀ ਮਜਬੂਰੀ ਹੋ ਜਾਏਗੀ, ਇਹ ਉਸ ਚੌਕਟੇ ਤੋਂ ਬਾਹਰ ਨਹੀਂ ਜਾ ਸਕਦਾ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਾ ਰਹੇ ਨੇ ਲੋਕ, ਜਾ ਰਹੇ ਨੇ ਕਾਂਗਰਸੀਆਂ ਅਕਾਲੀਆਂ ਦੀਆਂ ਰੈਲੀਆਂ ਤੇ ਜਾ ਰਹੇ ਨੇ, ਉਹਨਾਂ ਨਾਲ ਜੁੜੇ ਹੋਏ ਨੇ, ਕਿਸੇ ਦੀ ਮਜਬੂਰੀ ਹੈ, ਕਿਸੇ ਦੀ ਲੋੜ ਹੈ। ਇਸ ਕਰਕੇ ਕਿ ਪਿਛਲੇ 74 ਸਾਲਾਂ ਤੋਂ ਇਹਨਾਂ ਪਾਰਟੀਆਂ ਨੇ ਇਹਨਾਂ ਲੋਕਾਂ ਦੇ ਦੁਆਲੇ ਆਪਦੀ ਮਨਮਰਜ਼ੀ ਦਾ ਇੱਕ ਚੌਕਟਾ ਵਲਿਆ ਹੋਇਆ ਸੀ, ਜਿਹਦੇ ਕਰਕੇ ਉਹਨਾਂ ਦਾ ਬੌਧਿਕ ਵਿਕਾਸ ਹੈ ਜਿਹੜਾ ਉਹ ਪਾਰਟੀਆਂ ਦੇ ਅਨੁਸਾਰ ਹੋਇਆ ਹੈ, ਆਜ਼ਾਦੀ ਦੇ ਨਾਲ ਨਹੀਂ ਹੋਇਆ। ਪਰ ਇਹਨੂੰ ਛੱਡੋ, ਇਹ ਇੱਕ ਪੱਖ ਹੈ। ਦੂਜਾ ਪੱਖ ਵੇਖੋ, ਦੂਜਾ ਪੱਖ ਵੀ ਇਹ ਆ ਕਿ ਉਹ ਪਾਰਟੀਆਂ ਜਿਹੜੀਆਂ ਇੱਕ ਜ਼ਿਲ੍ਹੇ ਦੇ ਵਿੱਚ 20,000 ਲੋਕਾਂ ਦਾ ਇਕੱਠ ਕਰਕੇ ਰੈਲੀਆਂ ਕਰਦੀਆਂ ਸੀ, ਅੱਜ ਉਹ ਪੂਰੇ ਪੰਜਾਬ ਦਾ ਵੀ 20,000 ਦਾ ਇਕੱਠ ਨਹੀਂ ਕਰ ਪਾਉਂਦੇ, ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਫਿਰਦੇ ਨੇ। ਹਰ ਪਿੰਡ ਦੇ ਵਿੱਚ ਜਿਹੜੇ MLA ਦੇ ਆਉਣ ਤੋਂ ਲੋਕ ਐਂ ਤਰਾਉਂਦੇ ਸੀ ਜਿਵੇਂ ਕੋਈ ਤੂਫਾਨ ਆ ਗਿਆ, ਮਤਲਬ 50-50 ਕਰਮਾਂ ਉਹਦੇ ਲਾਗੇ ਨਹੀਂ ਸੀ ਆਉਂਦੇ, ਦੂਰ ਖੜੇ ਰਹਿੰਦੇ ਸੀ। ਅੱਜ ਉਹਨਾਂ MLA ਨੂੰ ਲਗੇ ਜਾਂਦੇ ਨੂੰ ਬਾਂਹ ਤੋਂ ਫੜ ਕੇ ਖਿਲਾਰ ਕੇ ਲੋਕ ਸਵਾਲ ਕਰਦੇ ਨੇ ਕਿ ਸਾਡੀਆਂ ਮੰਗਾਂ ਆ ਨੇ, ਆ ਤੁਹਾਡੇ ਵਾਅਦੇ ਸੀ, ਦੱਸੋ ਕੀ ਕੀਤਾ ਜੀ। ਬਦਲਾਅ ਹੈ ਨਾ। ਬਿਲਕੁਲ ਜੀ। ਤਾਂ ਗਲਾਸ ਅੱਧਾ ਭਰਿਆ ਵੇਖੋ, ਅੱਧਾ ਖਾਲੀ ਨਾ ਵੇਖੋ। ਠੀਕ ਹੈ, ਜਿਹੜੇ ਲੋਕ ਆਜ਼ਾਦ ਸੋਚ ਦੇ ਮਾਲਕ ਸੀ, ਜਿਨ੍ਹਾਂ ਨੇ ਵਿਕਸਿਤ ਹੋਏ ਨੇ, ਉਹਨਾਂ ਦੀ ਅੱਜ ਜ਼ਿੰਮੇਵਾਰੀ ਹੈ ਕਿ ਉਹ ਆਪਦੀ ਸੋਚ ਤੇ ਸਮਝ ਅਨੁਸਾਰ ਸਾਰਿਆਂ ਨੂੰ ਬਦਲਣ, ਤਾਂ ਕਿ ਸਾਰੇ ਹੀ ਇਹਨਾਂ ਦੀਆਂ ਜਿਹੜੀਆਂ ਸਟੇਜਾਂ ਛੱਡ ਕੇ ਲੋਕਾਂ ਦੀ ਸਟੇਜ 'ਤੇ ਆ ਜਾਣ। ਪਰ ਮੈਂ ਲੱਗਣਾ ਕਿ ਬਹੁਤ ਵੱਡਾ ਅਸੀਂ ਗੇਨ ਕੀਤਾ, ਬਹੁਤ ਹਾਸਲ ਕੀਤਾ। ਇਹਦੀ ਬਜਾਏ ਕਿ ਜੋ ਸਾਡੇ ਤੋਂ ਰਹਿ ਗਿਆ ਵੇਖਣ, ਉਹ ਵੇਖਣ ਦੀ ਬਜਾਏ ਜੋ ਹਾਸਲ ਕੀਤਾ ਉਹ ਵੇਖੋ। ਮਹਿਮਾ ਸਾਹਿਬ ਜੀ, ਗੱਲ ਕਰੀਏ ਪੰਜਾਬ ਦੀਆਂ ਤਿੰਨੋਂ ਮੁੱਖ ਪਾਰਟੀਆਂ ਦੀ, ਅਕਾਲੀ, ਕਾਂਗਰਸ ਤੇ ਵਿਰੋਧੀ ਧਿਰ ਦੀ ਪਾਰਟੀ ਆਮ ਆਦਮੀ, ਇਹਨਾਂ ਦਾ ਤੁਸੀਂ 3 ਕਾਲੇ ਕਾਨੂੰਨਾਂ ਤੇ ਕੀ ਸਟੈਂਡ ਦੇਖਿਆ ਹੁਣ ਤੱਕ ਤੁਹਾਡੀ ਨਿਗਾਹ ਦੇ ਵਿੱਚ? ਉਹ ਅਸਲ ਦੇ ਵਿੱਚ ਤਾਂ ਇਹ ਆ ਨਾ ਕਿ ਜਿਹੜੇ 3 ਕਾਲੇ ਕਾਨੂੰਨ ਨੇ ਇਹ ਕਾਰਪੋਰੇਟ ਘਰਾਣਿਆਂ ਦੀ ਰਾਖੀ ਵਾਸਤੇ ਆਏ ਨੇ। ਬਿਲਕੁਲ। ਸਾਨੂੰ ਇਹ ਲੱਗਦਾ ਕਿ ਜਿੰਨੀਆਂ ਵੀ ਵੋਟ ਪਾਰਟੀਆਂ ਹੈਗੀਆਂ ਨੇ, ਕੋਈ ਵੀ ਹੋਵੇ, ਇਹਨਾਂ ਸਾਰੀਆਂ ਦਾ ਮੁੱਖ ਕੰਮ ਹੁੰਦਾ ਹੈ ਲੋਕਾਂ ਤੇ ਕਾਰਪੋਰੇਟ ਸਰਮਾਏਦਾਰਾਂ ਦੇ ਵਿਚਾਲੇ ਵਿਚੋਲਗੀ ਕਰਨਾ, ਜਿਹਨੂੰ ਅਸੀਂ ਦਲਾਲੀ ਸ਼ਬਦ ਵੀ ਬੋਲਦੇ ਹਾਂ।
ਦਲਾਲ ਦੀ ਭੂਮਿਕਾ ਦਲਾਲੀ ਕਰਨਾ ਹੁੰਦਾ ਹੈ, ਉਹ 19-21 ਦੇ ਫਰਕ ਨਾਲ ਕਰਦਾ ਹੈ, ਉਹਦੇ 'ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਇਹ ਤਿੰਨੋਂ ਪਾਰਟੀਆਂ ਜਾਂ ਚਾਰੋਂ ਪਾਰਟੀਆਂ ਕੋਈ ਵੀ ਇਹਨਾਂ 'ਚੋਂ ਲੋਕ ਪੱਖੀ ਪਾਰਟੀਆਂ ਨਹੀਂ। ਇਹ ਜਿਹੜੇ 3 ਕਾਲੇ ਕਾਨੂੰਨ ਨੇ ਨਾ, ਅਸਲ 'ਚ ਕਾਂਗਰਸ ਦੀ ਦੇਣ ਨੇ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਇਹਨਾਂ ਨੂੰ ਪਾਲਿਆ ਤੇ ਪੋਸਿਆ, ਵੱਡੇ ਕੀਤਾ। ਸਾਰਿਆਂ ਨੇ ਬਾਕੀਆਂ ਨੇ, ਉਹ ਬਹੁਜਨ ਸਮਾਜ ਪਾਰਟੀ ਹੋਵੇ ਜਾਂ ਕਮਿਊਨਿਸਟ ਧਿਰਾਂ ਵੀ ਕਈ ਉਹਦੇ ਵਿੱਚ ਹੈਗੀਆਂ ਨੇ, ਜਿਨ੍ਹਾਂ ਸਾਰੀਆਂ ਨੇ ਇਹਨਾਂ ਨੂੰ ਪੱਲਣ ਵਿੱਚ ਸਹਿਯੋਗ ਕੀਤਾ ਇਹਨਾਂ ਦਾ। ਤਾਂ ਕਿਸੇ ਦਾ ਵੀ ਸਟੈਂਡ ਇਹਨਾਂ ਨਾਲੋਂ ਵੱਖਰਾ ਨਹੀਂਗਾ, ਸਾਰਿਆਂ ਦਾ ਸਟੈਂਡ ਇਹਦੇ ਉੱਤੇ ਇੱਕ ਹੀ ਹੈ। ਮਗਰ ਮੈਮ ਸਾਹਿਬ ਤੁਸੀਂ ਤਿੰਨੋਂ ਪਾਰਟੀਆਂ ਨੂੰ ਕਹਿਤਾ ਕਿ ਇਹ ਵੀ ਕਾਰਪੋਰੇਟਸ ਦੇ ਹਿਸਾਬ ਦੇ ਪਪਟਸ ਕਹਿ ਲਓ, ਮਗਰ ਲੋਕਲ ਬੋਡੀਜ਼ ਨੂੰ ਚਲਾਉਣ ਲਈ, ਐਡਮਿਨਿਸਟ੍ਰੇਸ਼ਨ ਚਲਾਉਣ ਨੂੰ ਇੱਕ ਪ੍ਰਸ਼ਾਸਨ ਦੀ ਲੋੜ ਹੈ, ਸਰਕਾਰਾਂ ਦੀ ਲੋੜ ਹੈ। ਜਦੋਂ ਆਪਾਂ ਤਿੰਨਾਂ ਨੂੰ ਕਹਿ ਤਾਂ ਤੁਸੀਂ ਸੰਯੁਕਤ ਕਿਸਾਨ ਮੋਰਚਾ ਵੀ ਕਿਸੇ ਸਿਆਸੀ ਪਾਰਟੀ ਨੂੰ ਦੇ ਸਾਥ ਨਹੀਂ ਲੈਂਦਾ, ਮਗਰ ਫਿਰ ਲੋਕਾਂ ਨੂੰ ਆਪਸ਼ਨ ਕੀ ਤੁਸੀਂ ਦੇ ਰਹੇ ਹੋ? ਤੁਸੀਂ ਕਹਿਤਾ ਵੀ ਆ ਤਿੰਨੋਂ ਉਂਗਲਾਂ ਗਲਤ ਨੇ, ਮਗਰ ਕੋਈ ਆਪਸ਼ਨ ਵੀ ਤਾਂ ਦੇਣੀ ਪਏਗੀ ਲੋਕਾਂ ਨੂੰ। ਵੇਖੋ ਜੀ, ਕਿਸ ਤਰੀਕੇ 2 ਚੀਜ਼ਾਂ ਨੇ, ਇੱਕ ਹੁੰਦਾ ਸਰਕਾਰ, ਇੱਕ ਹੁੰਦਾ ਰਾਜ। ਇਹਨਾਂ 2 ਚੀਜ਼ਾਂ 'ਚ ਫਰਕ ਹੈ। ਗੁਰੂ 10ਵੇਂ ਪਾਤਸ਼ਾਹ ਦਾ ਇੱਕ ਸ਼ਬਦ ਹੈ, ਕੋ ਕਿਸਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਕਿ ਰਾਜ ਹਮੇਸ਼ਾ ਬਾਹਾਂ ਦੇ ਜ਼ੋਰ ਤੇ ਹਾਸਲ ਕੀਤਾ ਜਾਂਦਾ। ਰਾਜ, ਸਰਕਾਰ ਸ਼ਬਦ ਨਹੀਂ ਉਹਨਾਂ ਵਰਤਿਆ। ਹਾਲਾਂਕਿ 10ਵੇਂ ਪਾਤਸ਼ਾਹ ਨੇ ਬਹੁਤ ਸਾਰਿਆਂ ਜਿੱਥੇ ਉਹਨਾਂ ਨੇ ਬਾਣੀ ਉਚਾਰੀ ਹੈ ਉਹਦੇ ਵਿੱਚ ਉਹਨਾਂ ਨੇ ਸਰਕਾਰ ਸ਼ਬਦ ਵਰਤਿਆ, ਪਰ ਇੱਥੇ ਨਹੀਂ ਸਰਕਾਰ ਸ਼ਬਦ ਉਹਨਾਂ ਨੇ ਵਰਤਿਆ, ਇੱਥੇ ਉਹਨਾਂ ਨੇ ਰਾਜ ਸ਼ਬਦ ਜਿਹੜਾ ਵਰਤਿਆ। ਆਪਸ਼ਨ ਹੈ ਆ ਲੋਕਾਂ ਕੋਲ। ਆਪਸ਼ਨ ਕੀ ਹੈ? 1 ਨੰਬਰ 1 ਅੱਜ ਸਿਆਸਤ ਸਮਝਿਆ ਜਾ ਰਿਹਾ ਹੈ ਕਿ ਜਦੋਂ ਤੁਸੀਂ ਵੋਟ ਪਾਓਗੇ, ਵੋਟ ਮੰਗੋਗੇ, ਵੋਟ ਇਲੈਕਸ਼ਨ 'ਚ ਜਾਓਗੇ, ਇਹ ਸਿਆਸਤ ਹੈ, ਇਹਦੇ ਤੋਂ ਬਿਨਾਂ ਹੋਰ ਸਿਆਸਤ ਨਹੀਂ, ਜੋ ਕਿ ਗੱਲ ਗਲਤ ਹੈ। ਕਿਸਾਨ ਜਥੇਬੰਦੀਆਂ ਅੱਜ ਜੋ ਕਰ ਰਹੀਆਂ ਨੇ ਉਹ ਸਿਆਸਤ ਹੈ, ਨਰੋਲ ਸਿਆਸਤ ਹੈ, ਲੋਕ ਪੱਖੀ ਸਿਆਸਤ ਹੈ। ਸਿਆਸਤ ਦੇ 2 ਰੂਪ ਹੁੰਦੇ ਨੇ। ਇੱਕ ਰੂਪ ਉਹ ਕਾਲਾ ਚਿਹਰਾ ਹੁੰਦਾ, ਕਾਲੇ ਮੂੰਹ ਵਾਲੀ ਸਿਆਸਤ, ਜਿਹਨੂੰ ਘਿਰਣਾ ਕੀਤੀ ਜਾਂਦੀ ਹੈ, ਜਿਹਨੂੰ ਨਫ਼ਰਤ ਕਰਨੀ ਚਾਹੀਦੀ ਹੈ। ਇੱਕ ਸਿਆਸਤ ਉਹ ਸਿਆਸਤ ਜਿਹੜੀ ਲੋਕ ਹਿੱਤਾਂ ਨੂੰ ਪਰਨਾਈ ਹੈ, ਜੋ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰਾਂ ਕੀਤਾ, ਜੋ ਭਗਤ ਸਿੰਘ ਹਰਾਂ ਨੇ ਕੀਤਾ, ਜੋ ਸਾਰਾ ਹੀ ਕੀਤਾ, ਇਹ ਉਹ ਸਿਆਸਤ ਹੈ ਜਿਹੜੀ ਲੋਕ ਹਿੱਤਾਂ ਨੂੰ ਪਰਨਾਈ ਹੁੰਦੀ। ਪਹਿਲੀ ਗੱਲ ਤਾਂ ਸਿਆਸਤ ਤੋਂ ਇਹ ਜਿਹੜਾ ਸਾਰਿਆਂ ਨੂੰ ਕਲੀਅਰ ਹੋ ਜਾਣਾ ਚਾਹੀਦਾ। ਤੁਸੀਂ ਕਹਿ ਰਹੇ ਹੋ ਆਪਸ਼ਨ ਕੀ ਹੈ? ਮੈਂ ਕਹਿੰਦਾ ਆਪਸ਼ਨ ਇਹ ਆ ਕਿ ਜੇ ਅੱਜ ਕਿਸੇ ਨੂੰ ਇਹ ਲੱਗਦਾ ਕਿ ਇਹ ਜਿਹੜੀਆਂ ਵੋਟ ਪਾਰਟੀਆਂ ਇਹ ਤਾਂ ਸਾਰੇ ਚੋਰ ਨੇ ਤੇ ਕਿਸਾਨ ਇੱਕ ਪਾਰਟੀ ਬਣਾ ਕੇ ਚੋਣ ਲੜਨ, ਤਾਂ ਉਹਦਾ ਮਤਲਬ ਇਹ ਆ ਕਿ ਇਹ ਦਲਾਲ ਨੇ ਜਿਹੜੇ ਦਲਾਲੀ ਸਹੀ ਨਹੀਂ ਕਰ ਰਹੇ। ਕਿਸਾਨ ਜਥੇਬੰਦੀਆਂ ਆਉਣ ਤੇ ਇਹ ਦਲਾਲੀ ਕਰਨ, ਸਹੀ ਤਰੀਕੇ ਨਾਲ ਕਰਨ। ਪਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਦਲਾਲਾਂ ਤੇ ਆਸ ਹੀ ਕਿਉਂ ਕਰਦੇ ਹੋ ਕਿ ਕੋਈ ਤੁਹਾਡੀ ਦਲਾਲੀ ਕਰੇ? ਤੁਸੀਂ ਸਰਕਾਰ ਦੀ ਬਜਾਏ ਰਾਜ ਤੇ ਕਬਜ਼ਾ ਕਰੋ, ਰਾਜ ਹਾਸਲ ਕਰੋ, ਤੇ ਰਾਜ ਵੋਟਾਂ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ। ਬੜੀ ਲੰਮੀ ਬਹਿਸ ਹੈ, ਮੈਨੂੰ ਆਪ ਨੂੰ ਨਹੀਂ ਸਮਝ ਆਉਂਦੀ, ਮੈਂ ਥੋੜੇ ਸ਼ਬਦਾਂ 'ਚ ਇਹਨੂੰ ਕਿਵੇਂ ਕਲੀਅਰ ਕਰਾਂ। ਕਿਸ ਤਰੀਕੇ ਨਾਲ ਹੋਏਗਾ? 2 ਚੀਜ਼ਾਂ ਨੇ, ਸਰਕਾਰ ਤੇ ਰਾਜ। ਸਰਕਾਰ ਦਲਾਲੀ ਕਰਦੀ ਹੈ ਕਾਰਪੋਰੇਟ ਦੀ ਤੇ ਲੋਕਾਂ ਦੀ। ਰਾਜ ਹੀ ਜਿਹੜਾ ਹੈ ਉਹ ਅੰਤਮ ਜਿਹੜੀ ਅਵਸਥਾ ਹੈ ਲੋਕਾਂ ਦੇ ਜੀਵਨ ਨੂੰ ਸੁਧਾਰਨ ਲਈ। ਰਾਜ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਲੋਕ ਹਮੇਸ਼ਾ ਦਲਾਲ ਨਾ ਬਦਲਦੇ ਰਹਿਣ, ਇਹ ਲੋਕ ਰਾਜ ਦੀ ਵਾਗਡੋਰ ਆਪਦੇ ਹੱਥ 'ਚ ਲੈਣ, ਰਾਜ ਆਪ ਕਰਨ। ਕਿਵੇਂ? ਸੁਣੋ ਮੇਰੀ ਗੱਲ। ਜਦੋਂ ਅੱਜ ਅਦਾਨੀ ਤੇ ਅੰਬਾਨੀ 1 ਘੰਟੇ ਦਾ 90 ਕਰੋੜ ਰੁਪਈਆ ਕਮਾ ਰਹੇ ਨੇ, 90 ਕਰੋੜ 1 ਘੰਟੇ ਦਾ। ਕੋਈ ਸਿਆਣਾ ਕਹਿੰਦਾ ਵੀ ਅਦਾਨੀ ਦੀ ਜੇਬ 'ਚੋਂ 2000 ਰੁਪਈਆ ਡਿੱਗ ਪਵੇ, ਉਹ ਨਿਭ ਕੇ 2000 ਰੁਪਈਆ ਚੁੱਕ ਕੇ ਜਿੰਨੀ ਦੇਰ ਨੂੰ ਜੇਬ 'ਚ ਪਾਵੇਗਾ, ਉਨੇ ਚਿਰ ਨੂੰ ਉਹਦੇ ਖਾਤੇ 'ਚ 40 ਲੱਖ ਰੁਪਈਆ ਜਮ੍ਹਾਂ ਹੋ ਚੁੱਕਾ ਹੋਵੇਗਾ, ਨਿਰੰਤਰ ਦਿਨ ਪਰ ਰਾਤ। ਤੇ ਇਹ ਇਕੱਲਾ ਅਦਾਨੀ ਨਹੀਂ, 250 ਪਰਿਵਾਰ ਏ, 250 ਪਰਿਵਾਰ ਹਿੰਦੁਸਤਾਨ 'ਚ ਜਿਨ੍ਹਾਂ ਦੇ ਖਾਤਿਆਂ 'ਚ ਇਹ ਨੋਟ ਐਵੇਂ ਜਮ੍ਹਾਂ ਹੁੰਦੇ ਰਹਿੰਦੇ ਨੇ ਦਿਨ ਪਰ ਰਾਤ। ਇਹਨਾਂ ਤੋਂ ਇਹ ਜਿਹੜਾ ਸਿਸਟਮ ਖੋਵੇਗਾ ਕੌਣ? ਕੀ ਸਰਕਾਰ ਖੋ ਸਕਦੀ ਹੈ? ਸਰਕਾਰ ਕਦੇ ਨਹੀਂ ਖੋਵੇਗੀ, ਕਿਉਂਕਿ ਸਰਕਾਰ ਦੇ ਅਧਿਕਾਰ 'ਚ ਨਹੀਂ ਹੈਗਾ। ਮੈਂ ਕਹਿੰਦਾ ਜਿਹੜੇ ਅੱਜ ਵੋਟਾਂ ਵਾਲੀ ਗੱਲ ਕਰਦੇ ਨੇ, ਇੱਕ ਸਵਾਲ ਹੈ ਮੇਰਾ, ਉਹ ਆਮ ਆਦਮੀ ਪਾਰਟੀ ਹੋਵੇ, ਅਕਾਲੀ, ਕਾਂਗਰਸੀ, BSP, ਕਾਮਰੇਡ, CPI, CPM, ਜਿਹੜੇ ਮਰਜ਼ੀ ਹੋਣ, ਉਹਨਾਂ ਨੂੰ ਇੱਕ ਸਵਾਲ ਕਰਨ ਵੋਟ ਪਾਉਣ ਤੋਂ ਪਹਿਲਾਂ ਕਿ ਜੇ ਤੁਹਾਡੀ ਸਰਕਾਰ ਬਣੀ ਤਾਂ ਕੀ ਤੁਸੀਂ ਅਦਾਨੀ, ਅੰਬਾਨੀ, ਬਿਰਲਾ, ਟਾਟਾ, ਮਿੱਤਲ, ਬਜਾਜ, ਇਹ ਸਾਰੇ ਜਿੰਨਾ 250 ਪਰਿਵਾਰ ਹੈ, ਇਹਨਾਂ ਸਾਰਿਆਂ ਦੀ ਜਾਇਦਾਦ ਜ਼ਬਤ ਕਰਕੇ ਲੋਕਾਂ 'ਚ ਵੰਡੋਗੇ? ਇਹਨਾਂ ਸਾਰਿਆਂ ਦੀ ਘੰਟੇ ਦੀ 90 ਕਰੋੜ ਰੁਪਈਆ ਜਿਹੜੀ ਆਮਦਨ ਹੈ ਉਹਦੇ ਤੇ ਰੋਕ ਲਾਓਗੇ ਕਿ ਉਹਨਾਂ ਦੀ ਵੀ ਆਮਦਨ ਜਿਹੜੀ ਇੱਕ ਦਿਨ ਦੀ 250 ਰੁਪਈਆ ਹੋਵੇ, 90 ਕਰੋੜ ਘੰਟੇ ਦੀ ਨਾ ਹੋਵੇ?
ਰੋਕ ਲਾਓਗੇ? ਜਿਹੜੀ ਪਾਰਟੀ ਕਹੇਗੀ ਹਾਂ ਅਸੀਂ ਰੋਕ ਲਾਵਾਂਗੇ ਉਹਨੂੰ ਵੋਟ ਪਾ ਦਿਓ, ਕਿਉਂਕਿ ਉਹ ਸਰਕਾਰ ਤੋਂ ਅੱਗੇ ਜਾ ਕੇ ਰਾਜ ਤੇ ਕਬਜ਼ਾ ਕਰੇਗੀ। ਇਹਦਾ ਮਤਲਬ ਉਹ ਰਾਜ ਉਹਨਾਂ ਦੇ ਹੱਥ 'ਚ ਹੋਵੇਗਾ। ਪਰ ਇਸ ਗੱਲ ਤੇ ਸਾਰੇ ਜਵਾਬ ਦੇਣਗੇ ਗੈਰ ਕਾਨੂੰਨੀ ਹੈ, ਐਸਾ ਕੋਈ ਕਾਨੂੰਨ ਹੀ ਨਹੀਂ ਹੈਗਾ, ਇਹ ਕੀਤਾ ਹੀ ਨਹੀਂ ਜਾ ਸਕਦਾ। ਕਿਉਂ? ਮਤਲਬ ਕਿ ਉਹਨਾਂ ਨੂੰ ਵੀ ਪਤਾ ਵੀ ਰਾਜ ਸਾਡੇ ਹੱਥ 'ਚ ਨਹੀਂ ਹੈਗਾ, ਸਾਡੇ ਹੱਥ 'ਚ ਸਰਕਾਰ ਹੈ, ਅਸੀਂ ਦਲਾਲੀ ਕਰ ਸਕਦੇ ਹਾਂ, ਬਦਲ ਕੁਛ ਨਹੀਂ ਸਕਦੇ। ਬਦਲੇਗਾ ਕੌਣ? ਇਹ ਲੋਕ ਬਦਲਣਗੇ, ਇਕੱਠ ਬਦਲੇਗਾ, ਬਿਨਾਂ ਵੋਟਾਂ ਤੋਂ ਬਦਲੇਗਾ। ਤੇ ਤੁਹਾਡੇ ਸਾਹਮਣੇ ਬਦਲ ਕੇ ਵਿਖਾਇਆ ਹੋਇਆ ਹੈ। ਟੋਲ ਪਲਾਜ਼ੇ ਬੰਦ ਨੇ, ਬਿਲਕੁਲ ਜੀ, ਸਾਰੇ ਟੋਲ ਪਲਾਜ਼ੇ ਬੰਦ ਹੈ ਨੇ। ਜੀ। ਜੇ ਕਿਤੇ ਇਹ ਸਰਕਾਰ ਨੇ ਕਰਨੇ ਹੁੰਦੇ ਤੇ ਅੱਜ ਨੂੰ ਸੁਪਰੀਮ ਕੋਰਟ 'ਚ ਰਿਟਾਂ ਪੈ ਗਈਆਂ ਹੁੰਦੀਆਂ। ਬਿਲਕੁਲ। ਅੱਜ ਨੂੰ ਇਹਨਾਂ ਦਾ ਸਾਰਾ ਕੁਝ ਬੰਦ ਕਰਕੇ ਸੁਪਰੀਮ ਕੋਰਟ ਦੇ ਆਰਡਰ ਆ ਗਏ ਹੁੰਦੇ ਕਿ ਗੈਰ ਕਾਨੂੰਨੀ ਹੈ, ਕਿਉਂਕਿ ਜਿਹੜਾ ਉਹਨਾਂ ਦੀਆਂ ਕਿਤਾਬਾਂ ਅਨੁਸਾਰ ਇਹ ਸੱਚਮੁੱਚ ਗੈਰ ਕਾਨੂੰਨੀ ਹੈ। ਕਿੰਨੇ ਟੋਲ ਪਲਾਜ਼ੇ ਬੰਦ ਕੀਤੇ ਨੇ? ਕਿਸਾਨਾਂ ਨੇ। ਉਹਨਾਂ ਕਿਸਾਨਾਂ ਨੇ। ਅਸੀਂ ਕਦੇ ਵੋਟ 'ਚ ਖੜੇ? ਸਾਨੂੰ ਕਦੇ ਕਿਸੇ ਵੋਟ ਪਾਈ? ਅਸੀਂ ਕੋਈ ਐਮਐਲਏ ਐਮਪੀ ਹੈਗੇ ਆ? ਨਹੀਂ ਆ। ਪਰ ਇਹਦੇ ਬਾਵਜੂਦ ਅਸੀਂ ਲੋਕਾਂ ਦੀ ਤਾਕਤ ਨੂੰ ਇਕੱਠੀ ਕਰਕੇ, ਲੋਕਾਂ ਦੀ ਤਾਕਤ ਦੇ ਬਲਬੂਤੇ ਇਹ ਕਹਿਤਾ ਕਿ ਆਹ ਜਿਹੜਾ ਸਿਸਟਮ ਚੱਲ ਰਿਹਾ ਹੈ ਇਹ ਨਜਾਇਜ਼ ਹੈ, ਗੈਰ ਕਾਨੂੰਨੀ, ਇਹਨੂੰ ਅਸੀਂ ਰੱਦ ਕਰਨਾ, ਇਹਨੂੰ ਬੰਦ ਕਰਨੇ ਆ। ਅਸੀਂ ਟੋਲ ਪਲਾਜ਼ੇ ਬੰਦ ਕਰਤੇ, ਸ਼ਾਪਿੰਗ ਮਾਲ ਉਹਨਾਂ ਦੇ ਬੰਦ ਕਰਤੇ, ਪੈਟਰੋਲ ਪੰਪ ਉਹਨਾਂ ਦੇ ਬੰਦ ਕਰ ਦਿੱਤੇ, ਵੱਡੇ ਵੱਡੇ ਆ ਸੱਪਾਂ ਵਾਲੀ ਸ਼ੈਲਰ, ਆ ਮੋਗੇ ਵਾਲਾ ਸ਼ੈਲਰ ਅਸੀਂ ਸਭ ਬੰਦ ਕਰਤੇ। ਕਾਹਦੇ ਸਿਰ ਤੇ? ਲੋਕ ਤਾਕਤ ਦੇ ਸਿਰ ਤੇ। ਸਰਕਾਰ ਜੋ ਨਹੀਂ ਕਰ ਸਕੀ ਉਹ ਅਸੀਂ ਕੀਤਾ, ਜਿਹੜੇ ਕਦੇ ਵੋਟ 'ਚ ਨਹੀਂ ਖੜੇ, ਜਿਹੜੇ ਕਦੇ ਐਮਐਲਏ ਐਮਪੀ ਨਹੀਂ ਬਣੇ। ਤਾਂ ਜੇ ਅਸੀਂ ਬਿਨਾਂ ਵੋਟ ਖੜੇ ਤੋਂ ਇਹ ਕਰ ਸਕਦੇ ਹਾਂ, ਤਾਂ ਬਿਨਾਂ ਚੋਣ ਲੜੇ ਤੋਂ ਅਸੀਂ ਅਦਾਨੀਆਂ ਬਾਨੀਆਂ ਦੀ ਸਰਮਾਇਆ ਖੋਹ ਕੇ ਤਾਂ ਉਹਨਾਂ ਨੂੰ ਲੋਕਾਂ 'ਚ ਵੰਡ ਕੇ ਉਹਨਾਂ ਨੂੰ ਵੀ ਆਮ ਲੋਕਾਂ ਦੀ ਕਤਾਰ 'ਚ ਖੜੇ ਕਰ ਸਕਦੇ ਹਾਂ। ਇਹ ਇਕੱਠ ਹੀ ਕਰ ਸਕਦਾ ਹੈ ਲੋਕਾਂ ਦਾ ਇਕੱਠ, ਲੋਹੇ ਦੀ ਲੱਠ। ਇਹ ਲੋਹੇ ਦੀ ਲੱਠ ਹੀ ਕਰ ਸਕਦੀ, ਇਕੱਠ ਕਰ ਸਕਦਾ ਹੈ। ਇਹਨੂੰ ਇਨਕਲਾਬ ਕਹਿੰਦੇ ਨੇ। ਇਸੇ ਇਨਕਲਾਬ ਦੀ ਲੜਾਈ ਲੜਦੇ ਹੋਏ ਸ਼ਹੀਦ ਭਗਤ ਸਿੰਘ ਹਰੀ ਫਾਂਸੀਆਂ ਤੇ ਚੜ੍ਹੇ। ਸਾਡੇ ਗਦਰੀ ਬਾਬੇ, ਸਾਡੇ ਬੱਬਰ ਅਕਾਲੀ, ਸਾਰੇ ਇਸ ਲੜਾਈ ਨੂੰ ਲੜਦੇ ਹੋਏ ਹੀ ਫਾਂਸੀਆਂ ਤੇ ਚੜ੍ਹੇ ਨੇ। ਜਿਹੜੀ ਆਜ਼ਾਦੀ ਅੱਜ ਪਿੱਟਦੇ ਪਏ ਨੇ, ਉਸ ਆਜ਼ਾਦੀ ਵਾਸਤੇ ਨਹੀਂ, ਵੋਟ ਦਾ ਹੱਕ ਲੈਣ ਵਾਸਤੇ ਨਹੀਂ। ਮੁਕੰਮਲ ਆਜ਼ਾਦੀ ਜਿਹਨੂੰ ਕਹਿੰਦੇ ਨੇ, ਮੁਕੰਮਲ, ਤੇ ਮੁਕੰਮਲ ਆਜ਼ਾਦੀ ਇਹ ਹੋਵੇਗੀ। ਵੇਖੋ ਇੱਕ ਗੱਲ ਸੁਣੋ, ਕਹਿੰਦੇ ਨੇ ਕਿ ਪੈਸਾ ਮਿਹਨਤ ਨਾਲ ਬਣਦਾ, ਠੀਕ ਹੈ, ਪਰ ਜਿਹੜਾ ਮਿਹਨਤ ਕਰਦਾ ਉਹਦੇ ਕੋਲ ਪੈਸਾ ਹੁੰਦਾ, ਇਹ ਗੱਲ ਬਿਲਕੁਲ ਗਲਤ। ਆ ਬੱਚਾ ਸਾਰੀ ਦਿਹਾੜੀ ਮਿਹਨਤ ਕਰਦਾ, ਉਮਰ ਕਿੰਨੀ ਇਹਦੀ? ਪੜ੍ਹਨ ਦੀ ਉਮਰ ਇਹਦੀ, ਸਕੂਲ ਨਹੀਂ ਜਾ ਸਕਦਾ, ਪੈਸਾ ਇਹ ਵੀ ਬਣਾ ਰਿਹਾ, ਪੂਰਾ ਦਿਨ ਮਿਹਨਤ ਕਰਦਾ। ਦੂਜੇ ਪਾਸੇ ਮਿਹਨਤ ਤੋਂ ਬਿਨਾਂ ਪੈਸਾ ਸਰਮਾਇਆ ਬਣਦਾ ਨਹੀਂ, ਪਰ ਮਿਹਨਤ ਕਰਨ ਵਾਲੇ ਦੇ ਕੋਲ ਹੁੰਦਾ ਹੈ, ਉਹ ਵੀ ਗੱਲ ਨਹੀਂ। ਤਾਂ ਇਹ ਕਿ ਮਿਹਨਤ ਕਰਨ ਵਾਲੇ ਦਾ ਸਰਮਾਇਆ ਕਿੱਥੇ ਆ? ਜਿਹੜੇ ਮਿਹਨਤ ਨਹੀਂ ਕਰ ਰਹੇ ਉਹਨਾਂ ਦੀ ਝੋਲੀ 'ਚ ਜਾ ਰਿਹਾ। ਜਿਹੜਾ ਅਦਾਨੀ ਨੂੰ 90 ਕਰੋੜ ਘੰਟੇ ਦਾ ਬਚ ਰਿਹਾ, ਉਹ ਸਾਡੇ ਲੱਖਾਂ ਲੋਕਾਂ ਦੀ ਮਿਹਨਤ ਦਾ ਪੈਸਾ। ਤਾਂ ਜਦੋਂ ਤੱਕ ਉਹਦੇ ਤੇ ਰੋਕ ਲਾ ਕੇ ਉਹ ਇਹਨਾਂ ਲੋਕਾਂ ਦੇ ਵਿੱਚ ਨਹੀਂ ਵੰਡਿਆ ਜਾਏਗਾ, ਇਹਨਾਂ ਲੋਕਾਂ ਦੀ ਹਾਲਤ ਨਹੀਂ ਸੁਧਰੀ ਜਾਏਗੀ। ਤਾਂ ਸਿੱਧੀ ਗੱਲ, ਰਾਜ ਤੇ ਕਬਜ਼ਾ ਲੋਕ ਕਰ ਸਕਦੇ ਨੇ, ਕਰਨਗੇ। ਜਿੱਦਣ ਇਹ ਲੋਕ ਬਿਨਾਂ ਵੋਟਾਂ ਤੋਂ ਅੱਗੇ ਵੱਧ ਕੇ ਰਾਜ ਤੇ ਕਬਜ਼ਾ ਕਰਨਗੇ, ਉਦੋਂ ਅਦਾਨੀ ਹਰੀ ਵੀ ਇੱਥੇ 4 ਕੋਠਿਆਂ ਦਾ ਮਕਾਨ ਪਾ ਕੇ ਬੈਠੇ ਹੋਣਗੇ, ਕੰਮ ਕਰਨਗੇ। ਸ਼ਾਮ ਨੂੰ 500 ਅਦਾਨੀ ਵੀ ਲਏਗਾ। ਫਿਰ ਨੀਤਾ ਅੰਬਾਨੀ 1 ਕਰੋੜ ਦੇ ਕੱਪ ਚਾਹ ਨਹੀਂ ਪੀਵੇਗੀ। ਮਹਿਮਾ ਸਾਹਿਬ, ਜੋ ਅੰਦੋਲਨ ਪੰਜਾਬ 'ਚ ਅੰਦੋਲਨ ਚਿੰਗਾਰੀ ਕੀ ਹੈ ਤੇ ਪੰਜਾਬ ਤੋਂ ਹੀ ਸ਼ੁਰੂ ਹੋਈ ਸੀ, ਮਗਰ 26 ਤਰੀਕ ਦੀ ਘਟਨਾ ਤੋਂ ਬਾਅਦ ਇਹ ਡਾਇਵਰਟ ਯੂਪੀ ਵੱਲ ਹੁਣ ਜੋ ਮੇਨ ਜੋ ਫੇਸ ਨੇ, ਮੀਡੀਆ ਫੇਸ ਤੇ ਰਾਕੇਸ਼ ਟਕੈਤ ਜੀ ਆ ਗਏ ਨੇ। ਇਸ ਦੀ ਮੇਨ ਮੁੱਢਲੀ ਵਜ੍ਹਾ ਤੁਸੀਂ ਕੀ ਐਨਾਲਾਈਜ਼ ਕਰਦੇ ਹੋ ਕਿ ਕੀ ਵਜ੍ਹਾਵਾਂ ਸੀ ਕਿ ਹੁਣ ਰਾਕੇਸ਼ ਟਕੈਤ ਜੀ ਮੇਨ ਇੱਕ ਮੀਡੀਆ ਫੋਕਸ ਤੇ ਨੇ? ਵਜ੍ਹਾ ਕੀ ਹੈ ਮੈਨੂੰ ਇਹਦੇ ਬਾਰੇ ਪਤਾ, ਪਰ ਅੱਜ ਦੇ ਸਮੇਂ ਸੰਯੁਕਤ ਮੋਰਚੇ ਦੀ ਜਿਹੜਾ ਜਾਬਤਾ ਹੈ, ਉਸ ਜਾਬਤੇ ਦੀ ਪਾਲਣਾ ਕਰਦੇ ਹੋਏ ਅਸੀਂ ਉਹਨੂੰ ਓਪਨ ਨਹੀਂ ਕਹਿ ਸਕਦੇ ਕਿ ਇਸ ਵਜ੍ਹਾ ਕਰਕੇ ਜਿਹੜਾ ਅੱਜ ਵੇਖੋ ਸੰਯੁਕਤ ਮੋਰਚੇ ਦੇ ਵਿੱਚ ਜਿੱਥੇ 32 ਜਥੇਬੰਦੀਆਂ ਨੇ, ਬਿਲਕੁਲ ਜੀ, ਉਹਨਾਂ ਦਾ ਕੋਈ ਪ੍ਰਧਾਨ ਨਹੀਂ ਹੈਗਾ, ਕੋਈ ਚੇਅਰਮੈਨ ਨਹੀਂ ਹੈਗਾ। 32 ਜਥੇਬੰਦੀਆਂ ਦੇ ਜਿਹੜੇ ਮੈਂਬਰ ਨੇ ਉਹ ਸੰਯੁਕਤ ਮੋਰਚੇ ਦਾ ਹਿੱਸਾ ਨੇ। ਸੰਯੁਕਤ ਮੋਰਚਾ ਚੌਕਟਾ, ਬਾਕੀ ਸਾਰੇ ਉਹਦਾ ਹਿੱਸਾ ਨੇ। ਸਾਰੇ ਉਹਦੇ 'ਚ ਉਹਨਾਂ ਦਾ ਯੋਗਦਾਨ ਬਰਾਬਰ ਹੈ, ਅਹੁਦਾ ਬਰਾਬਰ ਹੈ, ਸਾਰਾ ਕੁਝ ਬਰਾਬਰ ਹੈ। ਇਹਦੇ ਬਾਵਜੂਦ ਕੁਝ ਚਿਹਰੇ ਨੇ ਜਿਹੜੇ ਉਹ ਜ਼ਿਆਦਾ ਸ਼ਾਈਨ ਹੋਏ ਨੇ, ਜ਼ਿਆਦਾ ਚਮਕੇ ਨੇ। ਉਹਦੀਆਂ ਕਈ ਸਾਰੀਆਂ ਵਜੂਹਾਤ ਨੇ, ਸਮਾਂ ਪੈਣ 'ਤੇ ਕਿਤੇ ਉਹਨਾਂ 'ਤੇ ਵੀ ਆਪਾਂ ਗੱਲ ਕਰ ਸਕਦੇ ਹਾਂ, ਪਰ ਅੱਜ ਦੀ ਘੜੀ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਜੇ ਕਹਿਣਾ ਹੋਵੇ ਤਾਂ ਅਸੀਂ ਬਿਨਾਂ ਸੰਕੋਚ ਤੋਂ ਗੱਲ ਕਰ ਸਕਦੇ ਹਾਂ ਕਿ ਦਿੱਲੀ ਦੇ ਬਾਰਡਰਾਂ 'ਤੇ ਬੈਠੀ ਹੋਈ ਜਿਹੜੀ ਫੋਰਸ ਹੈ,
ਸਭ ਨਾਲੋਂ ਜ਼ਿਆਦਾ ਫੋਰਸ ਭਾਰਤੀ ਕਿਸਾਨ ਏਕਤਾ ਆਗੂ ਰਾਹਾਂ ਦੀ ਹੈ। ਬੱਤੀਆਂ ਦਾ ਉਹ ਹਿੱਸਾ ਨਹੀਂ ਬਣਦੇ, ਸੰਯੁਕਤ ਮੋਰਚੇ ਦਾ ਉਹ ਕਹਿੰਦੇ ਹਿੱਸਾ ਹੈਗੇ ਆ। ਪ੍ਰੋਗਰਾਮ ਉਲੀਕਦੇ ਆ ਜਿਹੜਾ ਸੰਯੁਕਤ ਮੋਰਚਾ, ਉਹਨਾਂ ਨੂੰ ਸਿਰੇ ਚਾੜ੍ਹਦੇ ਨੇ, ਪਰ ਉਹ ਇਹਨਾਂ ਦੀਆਂ ਮੀਟਿੰਗਾਂ 'ਚ ਹਿੱਸਾ ਨਹੀਂ ਲੈਂਦੇ, ਉਹ ਵੱਖਰੇ ਰਹਿੰਦੇ ਨੇ। ਨੰਬਰ 2 ਤੇ ਸਭ ਤੋਂ ਵੱਡੀ ਫੋਰਸ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ। ਇਹਦੇ ਬਾਵਜੂਦ ਵੀ ਸਾਡੇ ਕਈ ਲੀਡਰ ਨੇ, ਸਾਨੂੰ ਪਤਾ ਉਹ ਬਹੁਤ ਸਿਆਣਪ ਹੈ, ਬੜਾ ਉਹਨਾਂ ਦਾ 40-40 ਸਾਲ ਦਾ ਤਜਰਬਾ ਹੈ, 40-40 ਸਾਲ ਦੀ ਦੇਣ ਹੈ ਜਥੇਬੰਦੀਆਂ ਨੂੰ, ਪਰ ਮੀਡੀਆ ਤੋਂ ਇੰਨਾ ਸ਼ਾਈਨ ਨਹੀਂ ਹੋਏ। ਉਹਦੀਆਂ ਕਈ ਸਾਰੀਆਂ ਵਜੂਹਾਤ ਨੇ, ਕੁਛ ਅਸੀਂ ਧਿਆਨ ਨਹੀਂ ਦਿੱਤਾ, ਕੁਛ ਮੀਡੀਆ ਦੀ ਆਪਣੀ ਮਰਜ਼ੀ ਸੀ ਕਿ ਕਿਹੜੇ ਚੇਅਰ ਨੇ ਜਿਹੜੇ ਜ਼ਿਆਦਾ ਅੱਗੇ ਆਉਣ, ਸੋ ਉਹਨਾਂ ਦੀ ਮਰਜ਼ੀ ਨਾਲ ਉਹ ਚੱਲਿਆ ਬੜਾ ਕੁਛ। ਫਿਰ ਕਰਾਂਗੇ ਕਿਸੇ ਦਿਨ ਗੱਲ ਇੱਥੇ। ਯੋਗਦਾਨ ਸਾਰਿਆਂ ਦਾ ਬਰਾਬਰ ਹੈ। ਆਪਣਾ ਟਕੈਤ ਸਾਹਿਬ ਨੂੰ ਸਰਨਾ ਸਾਹਿਬ ਵੀ ਮਿਲ ਕੇ ਆਉਂਦੇ ਨੇ, ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਵੀ ਮਿਲ ਕੇ ਆਉਂਦੇ ਨੇ, ਸੋ ਅਕਾਲੀ ਦਲ ਨਾਲ ਨਜ਼ਦੀਕਤਾ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਨੂੰ? ਨਹੀਂ, ਟਕੈਤ ਦਾ ਕਦੇ ਵੀ ਐਸਾ ਕੋਈ ਬਿਆਨ ਨਹੀਂ ਆਇਆ ਵੀ ਮੇਰੀ ਕਿਸੇ ਨਾਲ ਨੇੜਤਾ। ਵੇਖੋ ਅੱਜ ਸਾਡੇ ਪੰਜਾਬੀਆਂ ਵਾਸਤੇ ਵਿਸ਼ੇਸ਼ ਤੌਰ ਤੇ, ਵੈਸੇ ਤਾਂ ਸਾਰੇ ਭਾਰਤ ਵਾਸਤੇ, ਪਰ ਪੰਜਾਬੀਆਂ ਵਾਸਤੇ ਵਿਸ਼ੇਸ਼ ਤੌਰ ਤੇ ਬਹੁਤ ਬੁਰਾ ਸਮਾਂ ਹੈ। ਸਾਡੇ ਲਈ ਦੁੱਖ ਦੀ ਘੜੀ ਹੈ। ਸਾਡੇ 5 ਕਿਸਾਨਾਂ ਨੂੰ, ਜਿਹੜਾ ਪੱਤਰਕਾਰ ਸੀ ਉਹ ਕਿਸਾਨ ਵੀ ਸੀ, ਸਾਡੇ 5 ਕਿਸਾਨਾਂ ਨੂੰ ਕਤਲ ਕੀਤਾ ਗਿਆ, ਦਰੜਿਆ ਗਿਆ ਹੈ। ਵੈਸੇ ਤਾਂ ਜੰਗ ਸ਼ਹੀਦੀਆਂ ਹੁੰਦੀਆਂ ਨੇ, ਕੋਈ ਪਰਵਾਹ ਨਹੀਂ, ਪਰ ਇਹਦੇ ਨਾਲ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਸਾਡੇ ਕਿਸਾਨਾਂ ਨੂੰ ਕਤਲ ਕੀਤਾ ਗਿਆ ਹੈ ਉਹ ਸਾਡੇ ਲਈ ਚਿੰਤਾ ਦਾ ਵਿਸ਼ਾ। ਤਾਂ ਅੱਜ ਇਸ ਸਮੇਂ ਤੇ ਸਾਡੇ ਘਰੇ ਕੋਈ ਅਕਾਲੀ ਆਵੇ ਸਾਡੇ ਨਾਲ ਦੁੱਖ ਸਾਂਝਾ ਕਰਨ, ਕੋਈ ਕਾਂਗਰਸੀ ਆਵੇ, ਜੀ ਆਇਆਂ ਨੂੰ, ਇਹ ਸਮਝਦੇ ਹੋਏ ਕਿ ਆਹ ਕਤਲਾਂ ਦੇ ਵਿੱਚ ਬਰਾਬਰ ਦੇ ਭਾਗੀਦਾਰ ਨੇ। ਬਿਲਕੁਲ, ਆਹ ਕਤਲ ਹੋਏ ਨੇ, ਬਰਾਬਰ ਦਾ ਇਹ ਸ਼ਰੀਕ ਨੇ, ਉਹ ਇਹ ਵਜ੍ਹਾ ਨੇ ਉਹਦੀ, ਇਹ ਸਮਝਦੇ ਹੋਏ, ਪਰ ਫਿਰ ਵੀ ਅਸੀਂ ਜਾਬਤੇ ਵਾਲੇ ਤੇ ਅਸੀਂ ਸੱਭਿਆਚਾਰ ਦੇ ਵਿੱਚ, ਮਤਲਬ ਸੱਭਿਆਚਾਰ ਦੀ ਕਦਰ ਕਰਦੇ ਹੋਏ ਅਸੀਂ ਲੋਕਾਂ, ਜਿਹੜਾ ਘਰੇ ਆਵੇ ਕਵਾਉਣ, ਉਹਨੂੰ ਅਸੀਂ ਧੱਕਾ ਨਹੀਂ ਦਿੰਦੇ। ਤਾਂ ਜਦੋਂ ਆਉਂਦੇ ਨੇ ਜੀ ਆਇਆਂ ਨੂੰ, ਟਕੈਤ ਸਾਹਿਬ ਦਾ ਐਸਾ ਕੋਈ ਬਿਆਨ ਨਹੀਂ ਆਇਆ ਕਿ ਉਹਨਾਂ ਦੀ ਨਜ਼ਦੀਕੀ ਹੈ ਕਿਸੇ ਇਹਨਾਂ ਪਾਰਟੀਆਂ 'ਚੋਂ, ਕੋਈ ਨਜ਼ਦੀਕੀ ਨਹੀਂ, ਪਰ ਮਿਲਦੇ ਨੇ ਜੀ ਆਇਆਂ ਨੂੰ, ਮੋਸਟ ਵੈਲਕਮ। ਪੰਜਾਬ ਦੀ ਜਿੰਨੇ ਜਥੇਬੰਦੀਆਂ ਨੇ ਇਹ ਤਾਂ ਬਿਲਕੁਲ ਹੀ ਨੇੜੇ ਨਹੀਂ ਲੱਗਣ ਦਿੰਦੇ, ਕਿਸੇ ਸਿਆਸੀ ਆਗੂ ਨੂੰ ਆਦੇ ਨਜ਼ਦੀਕ ਬਿਲਕੁਲ ਨਹੀਂ ਆਉਣ ਦਿੰਦੇ, ਮਗਰ ਟਕੈਤ ਸਾਹਿਬ ਨਾਲ ਲਗਾਤਾਰ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਜਾ ਕੇ ਮਿਲ ਕੇ ਆਉਂਦੇ ਨੇ। ਚੀਮਾ ਸਾਹਿਬ ਵੀ ਸ਼ਾਇਦ ਗਏ ਨੇ, ਦਲਜੀਤ ਸਿੰਘ ਚੀਮਾ ਜੀ ਜੋ ਪ੍ਰਵਕਤਾ ਨੇ ਅਕਾਲੀ ਦਲ ਦੇ, ਲਗਾਤਾਰ ਮਿਲ ਕੇ ਆਉਂਦੇ ਰਹੇ ਨੇ। ਕੀ ਲੋਕਾਂ ਤੇ ਕੀ ਮੈਸੇਜ? ਵੱਖ-ਵੱਖ ਜਥੇਬੰਦੀਆਂ ਨੇ, ਉਹਨਾਂ ਦੀ ਆਈਡੀਓਲੋਜੀ ਹੈ, ਠੀਕ ਹੈ ਨਾ। ਕੁਝ ਜਥੇਬੰਦੀਆਂ ਨੇ ਜਿਹੜੀਆਂ ਇਲੈਕਸ਼ਨ ਬਾਈਕਾਟ ਵੀ ਕਰਦੀਆਂ ਰਹੀਆਂ ਨੇ, ਕੁਝ ਜਥੇਬੰਦੀਆਂ ਨੇ ਜਿਹੜੀਆਂ ਬਾਈਕਾਟ ਨਹੀਂ ਕਹਿੰਦੀਆਂ, ਲੋਕਾਂ ਦੀ ਮਰਜ਼ੀ ਤੇ ਛੱਡਦੀਆਂ ਨੇ, ਪਾਓ ਜਾਂ ਨਾ ਪਾਓ। ਕਈ ਜਥੇਬੰਦੀਆਂ ਨੇ ਜਿਹੜੀਆਂ ਇਲੈਕਸ਼ਨ ਲੜਦੀਆਂ ਰਹੀਆਂ ਨੇ, ਬਿਲਕੁਲ ਪੰਜਾਬ ਦੀਆਂ, ਅੱਗੇ ਵੀ ਕਈ ਲੜਨਗੀਆਂ। ਤਾਂ ਇਹ ਵੱਖ-ਵੱਖ ਉਹਨਾਂ ਦੇ ਵਿਚਾਰ ਨੇ। ਟਕੈਤ ਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਮਿਲਣਾ, ਮਨ ਦੇ ਵਿੱਚ ਕਿਤੇ ਉਹ ਵੋਟਾਂ ਦੇ ਨਾਲ ਜੁੜੀ ਹੋਈ ਕੋਈ ਪਿਆਰ ਮੁਹੱਬਤ ਪਿਆ ਹੋ ਸਕਦਾ, ਪਰ ਮੈਂ ਕਹਿੰਦਾ ਅੱਜ ਦੀ ਘੜੀ ਟਕੈਤ ਨੇ ਕੋਈ ਵੀ ਐਸਾ ਸ਼ੋਅ ਨਹੀਂ ਕੀਤਾ ਕਿ ਮੇਰੀ ਇਹਨਾਂ ਨਾਲ ਨਜ਼ਦੀਕੀ ਹੈ। ਆਉਣ ਵਾਲੇ ਸਮੇਂ 'ਚ ਕੋਈ ਹੋ ਸਕਦੀ ਹੈ, ਪਰ ਜਿੰਨਾ ਚਿਰ ਸੰਯੁਕਤ ਮੋਰਚਾ ਬਣਿਆ ਹੋਇਆ, ਆਹ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਗੱਲ ਇਹ ਆ ਕਿ ਉਹਨਾਂ ਚਿਰ ਇਸ ਮੋਰਚੇ ਦੀ ਜਿਹੜਾ ਸੰਵਿਧਾਨ ਵਿਧਾਨ ਹੈ, ਐਲਾਨਨਾਮਾ ਹੈ, ਉਹਦੀ ਪਾਲਣਾ ਕੌਣ ਕਰਦਾ? ਉਹਦੀ ਪਾਲਣਾ ਜਿੰਨਾ ਚਿਰ ਸਾਰੇ ਲੋਕ ਕਰ ਰਹੇ ਨੇ ਇਸ ਮੋਰਚੇ ਦੇ ਵਿੱਚ ਨੇ। ਜੇ ਟਕੈਤ ਵੀ ਦੀ ਪਾਲਣਾ ਨਾ ਕਰੇਗਾ ਤੇ ਟਕੈਤ ਨੂੰ ਵੀ ਕੱਢ ਕੇ ਅੱਗੇ ਬਹੁਤ ਵੱਡੇ ਵੱਡੇ ਲੀਡਰਾਂ ਨੂੰ ਸਸਪੈਂਡ ਕੀਤਾ ਗਿਆ, 15 ਦਿਨਾਂ ਵਾਸਤੇ, ਹਫ਼ਤੇ ਵਾਸਤੇ ਕੀਤਾ ਗਿਆ, ਤਾਂ ਟਕੈਤ ਸਾਹਿਬ ਨੂੰ ਵੀ ਕੀਤਾ ਜਾਏਗਾ, ਪਰ ਉਦੋਂ ਜਦੋਂ ਉਹ ਸੰਯੁਕਤ ਮੋਰਚੇ ਦੇ ਸੰਵਿਧਾਨ ਦੀ ਉਲੰਘਣਾ ਕਰੇਗਾ। ਕਿਸੇ ਵੀ ਪਾਰਟੀ ਦੇ ਲੀਡਰ ਨੂੰ ਮਿਲ ਕੇ ਕੋਈ ਉਲੰਘਣਾ ਨਹੀਂ ਹੋਈ ਤਾਂ ਉਹ ਉਹਨਾਂ ਦੀ ਆਪਦੀ ਮਰਜ਼ੀ, ਨਿੱਜੀ ਉਹਨਾਂ ਦਾ ਮਰਜ਼ੀ ਮਿਲ ਸਕਦੇ ਨੇ। ਮਹਿਮਾ ਸਾਹਿਬ, ਇੱਕ ਹੋਰ ਗੱਲ ਦੇਖਣ ਨੂੰ ਆਈ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਬਿਆਨ ਆਉਂਦੇ ਨੇ, ਤੁਸੀਂ ਦੇਖਿਆ ਹੋਇਆ ਕਿਸ ਤਰੀਕੇ ਦੇ ਭੜਕਾਊ ਬਿਆਨ ਆਉਂਦੇ ਨੇ। ਅਨਿਲ ਵਿਜ ਜੋ ਉਹਨਾਂ ਦੇ ਹੈਲਥ ਮਿਨਿਸਟਰ ਨੇ, ਉਹਨਾਂ ਵੱਲੋਂ ਵੀ ਬਿਆਨ ਆ, ਬੜੇ ਤਿੱਖੇ ਬਿਆਨ ਆਉਂਦੇ ਰਹੇ ਨੇ। ਕਿਸਾਨਾਂ 'ਤੇ 200 400 ਦੇ ਗਰੁੱਪ ਬਣਾ ਕੇ ਹਮਲੇ ਕਰਨ ਦੀ ਵੀ ਗੱਲ ਕੀਤੀ ਗਈ ਹੈ। ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਕੋਈ ਜਿਹੜਾ ਖੱਟੜ ਦਾ ਬਿਆਨ ਆਇਆ ਸੀ, ਕੋਈ ਐ ਨਹੀਂ ਸੁੱਤੇ ਸਿੱਧੋ ਨੇ ਬੋਲ ਦਿੱਤਾ। ਬੀਜੇਪੀ RSS ਹਮੇਸ਼ਾ ਡਰ ਦੀ ਰਾਜਨੀਤੀ ਕਰਦੇ ਨੇ, ਡਰ ਦੇ ਉੱਤੇ ਉਹ ਆਪਦੀ ਜਿਹੜੀ ਹੈ ਨਾ ਕੁਰਸੀ ਸੈੱਟ ਕਰਦੇ ਨੇ। ਗੁਜਰਾਤ ਦੇ ਵਿੱਚ ਸਨ 2002 ਦੇ ਦੰਗੇ ਹੋਣ ਤੋਂ ਬਾਅਦ ਜਿਸ ਕਿਸਮ ਨਾਲ ਦੰਗੇ ਕੀਤੇ ਗਏ ਕਿ ਇੱਕ ਪ੍ਰੈਗਨੈਂਟ ਔਰਤ ਜਿਹਦੇ 9 ਮਹੀਨੇ ਵੀ ਪੂਰੇ ਹੋ ਗਏ ਨੇ, ਸ਼ਰੇਆਮ ਲੋਕਾਂ ਦੇ ਵਿੱਚ ਚਾਕੂ ਦੇ ਨਾਲ ਉਹਦਾ ਢਿੱਡ ਪਾੜ ਕੇ ਉਹਦਾ ਬੱਚਾ ਕੱਢਿਆ ਜਾਂਦਾ ਹੈ।
ਤੇ ਉਸ ਬੱਚੇ ਨੂੰ ਲੱਤਾਂ ਤੋਂ ਫੜ ਕੇ ਲੋਕਾਂ ਨੂੰ ਵਿਖਾਇਆ ਜਾਂਦਾ ਹੈ ਤਾਂ ਫਿਰ ਕਿਸੇ ਜਾਨਵਰ ਤਰ੍ਹਾਂ ਉਹਨੂੰ ਸੜਕ ਤੇ ਮਾਰ ਕੇ ਮਾਰਿਆ ਜਾਂਦਾ। ਬਕਾਇਦਾ ਪਲੈਨਿੰਗ ਦਾ ਹਿੱਸਾ। ਇੱਕ ਈਸਾਈ ਪਾਦਰੀ ਦੇ ਸਮੇਤ ਪਰਿਵਾਰ ਉਹਨਾਂ ਨੂੰ ਜੀਪ ਦੇ ਵਿੱਚ ਸਾੜ ਦਿੱਤਾ ਜਾਂਦਾ। ਪਲੈਨਿੰਗ ਦਾ ਹਿੱਸਾ। ਜਿਹੜੀ ਪਲੈਨਿੰਗ ਸੀਰੀਆ ਦੇ ਵਿੱਚ ਕੀਤੀ ਜਾ ਰਹੀ ਹੈ, ਕਿਸੇ ਸਮੇਂ ਅਫਗਾਨਿਸਤਾਨ 'ਚ ਕੀਤੀ ਜਾਂਦੀ ਸੀ ਕਿ ਪੱਤਰਕਾਰਾਂ ਨੂੰ, ਫੌਜੀਆਂ ਨੂੰ, ਜਸੂਸਾਂ ਨੂੰ ਲੋਕਾਂ ਦੇ ਸਾਹਮਣੇ ਗਲਾ ਵੱਢਣਾ, ਜਿਉਂਦਿਆਂ ਨੂੰ ਸਾੜਨਾ, ਇਹ ਵੱਖ-ਵੱਖ ਢੰਗਾਂ ਨਾਲ ਉਹਨਾਂ ਨੂੰ ਜਦੋਂ ਮਾਰਿਆ ਜਾਂਦਾ ਸੀ ਨਾ ਤੇ ਉਹਦੀਆਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਸੀ। ਉਹਦਾ ਕਾਰਨ ਇਹ ਸੀ ਕਿ ਲੋਕਾਂ ਨੂੰ ਵਿਖਾ ਕੇ ਉਹਨਾਂ 'ਚ ਇੱਕ ਡਰ ਦਾ ਮਾਹੌਲ ਪੈਦਾ ਕਰਨਾ। ਤਾਂ ਅੱਜ ਖੱਟੜ ਦਾ ਇਹ ਬੋਲਣਾ, ਲਖੀਮਪੁਰ ਦੇ ਵਿੱਚ ਸਾਡੇ ਕਿਸਾਨਾਂ ਦਾ ਕਤਲ ਕਰਨਾ, ਇਹ ਅਨਿਲ ਵਿਜ ਦਾ ਬੋਲਣਾ, ਇਹ ਸਾਰਾ ਕੁਝ ਉਸ ਰਾਜਨੀਤੀ ਦਾ ਹਿੱਸਾ ਹੈ ਜਿਹੜੀ ਡਰ ਦੇ ਨਾਲ ਇਹ ਰਾਜਨੀਤੀ ਕਰਦੇ ਨੇ। ਤਾਂ ਉਹ ਸਾਰਾ ਕੁਝ ਪਲੈਨਡ ਸੀ, ਐ ਅਚਾਨਕ ਵਾਪਰਿਆ ਕੁਝ ਵੀ ਨਹੀਂ ਸੀ ਹੈਗਾ। ਪਰ ਇਹ ਭੁੱਲ ਜਾਂਦੇ ਨੇ ਕਿ ਹਿਟਲਰ ਨਾਲੋਂ ਵੱਧ ਤਾਂ ਅੱਜ ਸੰਭਵ ਹੀ ਨਹੀਂ ਹੈਗੀ ਕਿ ਬੀਜੇਪੀ ਆਰਐਸਐਸ ਕਰੇਗੀ। ਹਿਟਲਰ ਦੀਆਂ ਜਿਹੜੀਆਂ ਜ਼ੁਲਮ ਨੇ, ਜਿਹੜੀਆਂ ਜ਼ਾਲਮਾਨਾ ਕਾਰਵਾਈਆਂ ਹਿਟਲਰ ਦੀਆਂ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਨੇ ਕਿ ਇੱਕ ਮਹੀਨੇ ਦੇ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਨੂੰ ਗੈਸ ਚੈਂਬਰਾਂ 'ਚ ਤਾੜ ਕੇ ਮਾਰਿਆ ਉਹਨੇ। ਤਾਂ ਇਹ ਜਿਹੜਾ ਉਹ ਜੇ ਇੱਥੇ ਹਿਟਲਰ ਨੂੰ ਲੋਕਾਂ ਨਹੀਂ ਬਖਸ਼ਿਆ, ਅੱਜ ਹਿਟਲਰ ਸ਼ਾਹੀ ਖਤਮ ਹੋ ਗਈ, ਹਿਟਲਰ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ, ਤਾਂ ਆਰਐਸਐਸ ਬੀਜੇਪੀ ਕਿਹੜੇ ਖੇਤ ਦੀ ਮੂਲੀ। ਇਹ ਗੱਲ ਇਹ ਸਮਝ ਨਹੀਂ ਰਹੇ ਕਿ ਲੋਕਾਂ ਨੂੰ ਨਹੀਂ ਕਦੇ ਵੀ ਡਰਾਇਆ ਜਾ ਸਕਦਾ ਹੁੰਦਾ। ਲੋਕ ਆਪਦੇ ਹੱਕਾਂ ਲਈ ਲੜਦੇ ਹੋਏ ਲੋਕ ਨੇ, ਕਦੇ ਵੀ ਡਰਦੇ ਨਹੀਂ ਗੇ। ਮੈਂ ਫਿਰ ਮਿਸਾਲ ਦੇਵਾਂ, ਸਾਡੇ 9 ਸਾਲ ਤੇ 7 ਸਾਲ ਦੇ ਬੱਚਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ, ਜਿਉਂਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ। ਤਾਂ ਉਹ ਜਿਉਂਦਿਆਂ ਨੂੰ ਨੀਹਾਂ 'ਚ ਚਿਣਨ ਦੀ ਐਸੀ ਚਿਣਗ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਇੱਕ ਫੌਜ ਲੜੀ ਤੇ ਉਹ ਮੁਗਲ ਸਾਮਰਾਜ ਨੂੰ ਤਹਿਸ ਨਹਿਸ ਕਰ ਦਿੱਤਾ। ਤਾਂ ਅੱਜ ਇਹ ਡਰ ਵਾਲੀ ਰਾਜਨੀਤੀ ਇਹਨਾਂ ਦੀ ਕੰਮ ਨਹੀਂ ਕਰਦੀ। ਕੱਟੜਵਾਦ ਦੀ ਗੱਲ ਕੀਤੀ, ਲਗਾਤਾਰ ਜੇ ਵੋਟਾਂ ਦੇ ਅਰਥਚਾਰਨ ਵੇਖ ਤੇ ਬਹੁ ਗਿਣਤੀ ਹਿੰਦੂਆਂ ਦੀ ਹੈ, ਉਸ ਨੂੰ ਪ੍ਰਚਾਰਨ ਲਈ ਲਗਾਤਾਰ ਉਸ ਨੂੰ ਪਲੋਸਿਆ ਜਾ ਰਿਹਾ ਹੈ। ਹਿੰਦੂਤਵ ਦੀ ਇੱਕ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਭਰੀ ਜਾ ਰਹੀ ਹੈ, ਲਗਾਤਾਰ ਉਸ ਨੂੰ ਪਰਚਾਇਆ ਜਾ ਰਿਹਾ। ਤੇ ਇਸੇ ਤਰੀਕੇ ਦੇ ਨਾਲ ਜੋ ਸਮਾਨਾਂਤਰ ਘਟਨਾਵਾਂ ਨੇ ਦੇਖਣ ਨੂੰ ਮਿਲਦੀਆਂ ਪਈਆਂ, ਕੀ ਇਸ ਦਾ ਇਫੈਕਟ ਪਏਗਾ ਆਉਣ ਵਾਲੀ ਮਾਈਨੋਰਟੀ ਜੋ ਘੱਟ ਗਿਣਤੀ 'ਚ ਨੇ ਨਸਲਾਂ, ਚਾਹੇ ਸਿੱਖ ਕਹਿ ਲਈਏ, ਚਾਹੇ ਈਸਾਈ ਕਹਿ ਲਈਏ, ਚਾਹੇ ਪਾਰਸੀ ਕਹਿ ਲਈਏ, ਕੀ ਆਉਣ ਵਾਲੇ ਦਿਨਾਂ 'ਚ ਹੋਏਗਾ? ਦੇਖੋ ਜੀ, ਆਰਐਸਐਸ ਦਾ ਏਜੰਡਾ ਹੈ ਕਿ ਉਹਨਾਂ ਨੇ ਰਾਜਨੀਤੀ ਧਰਮ ਦੇ ਆਧਾਰ ਤੋਂ ਉਹਨਾਂ ਨੇ ਰਾਜਨੀਤੀ ਕੀਤੀ। ਡਰ ਵੀ ਉਹਨਾਂ ਧਰਮ ਦੇ ਆਧਾਰ 'ਤੇ ਡਰ ਜਿਹੜਾ ਫੈਲਾਇਆ, ਮੁਸਲਮਾਨ, ਸਿੱਖ, ਹੋਰ ਜਿਹੜੀਆਂ ਮਨਿਓਰਟੀ ਸੀ, ਜਿੰਨੀਆਂ ਵੀ ਕੌਮਾਂ, ਮਨਿਓਰਟੀ ਦੇ ਉੱਤੇ ਮੈਜੋਰਟੀ ਵੱਲੋਂ ਇੱਕ ਡਰ ਦਾ ਧਾਵਾ ਜਿਹੜਾ ਬੋਲਿਆ ਗਿਆ, ਜਿਹਦੇ ਤਹਿਤ ਉਹਨਾਂ ਨੇ ਧਰਮ ਦੀ ਸਿਆਸਤ ਰਾਜਨੀਤੀ ਡਰ ਦੀ ਕਰਕੇ ਉਹਨਾਂ ਨੇ ਵੋਟਾਂ ਲਈਆਂ। ਪਰ ਢਿੱਡ ਨਾ, ਜਿਹੜਾ ਢਿੱਡ ਦੇ ਅੱਗੇ ਧਰਮ ਵੀ ਹਾਰ ਜਾਂਦਾ। ਅੱਜ ਦੇ ਸਮੇਂ ਜਿਹੜੇ ਹਾਲਾਤ ਨੇ, ਲੋਕ ਭੁੱਖੇ ਮਰਨ ਤੇ ਉਹਨਾਂ ਦੀ ਨੌਬਤ ਜਿਹੜੀ ਆ ਗਈ। ਬੇਸ਼ੱਕ ਮੂਰਖ ਬਣਾਇਆ ਜਾ ਸਕਦਾ ਲੋਕਾਂ ਨੂੰ, ਪਰ ਲੰਮੇ ਸਮੇਂ ਵਾਸਤੇ ਨਹੀਂ। ਇੱਕ ਵਾਰ ਮੂਰਖ ਬਣਾ ਕੇ ਬੀਜੇਪੀ ਨੇ ਸੱਤਾ ਹਾਸਲ ਕਰ ਲਈ, ਉਹ ਅਸਰ ਅਜੇ ਦੂਜਿਆਂ ਇਲੈਕਸ਼ਨਾਂ ਤੱਕ ਵੀ ਸੀ। ਪਰ ਹੁਣ 2024 ਦੇ ਇਲੈਕਸ਼ਨਾਂ ਦੇ ਵਿੱਚ ਇਹ ਕੰਮ ਨਹੀਂ ਆਵੇਗਾ। ਨਾ ਧਰਮ ਦਾ ਪੱਤਾ ਕਦੇ ਨਹੀਂ ਕੰਮ ਆਵੇਗਾ, ਕਿਉਂਕਿ ਲੋਕਾਂ ਦੇ ਜਦੋਂ ਢਿੱਡ 'ਚ ਰੋਟੀ ਨਹੀਂ ਹੈਗੀ ਤਾਂ ਧਰਮ ਨੂੰ ਕੀ ਕਰਨਗੇ। ਇਹ ਗੱਲ ਲੋਕ ਸਮਝ ਚੁੱਕੇ ਨੇ, ਬਹੁਤ ਵੱਡੀ ਗਿਣਤੀ ਸਮਝ ਚੁੱਕੇ ਨੇ। ਤਾਂ ਇਹ ਖਦਸ਼ਾ ਸਭ ਨੂੰ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਅਜੇ ਵੀ ਡਰ ਹੈ ਕਿ ਜਿਸ ਤਰ੍ਹਾਂ ਧਰਮ ਦੀ ਰਾਜਨੀਤੀ ਕਰਦੇ ਨੇ, ਫਾਸ਼ੀਵਾਦੀ ਏਜੰਡਾ ਲੈ ਕੇ ਉਹ ਚੱਲਦੇ ਨੇ, ਤਾਂ ਹੋ ਸਕਦਾ ਹੈ ਕਿ ਕਿਸੇ ਨੂੰ ਐਂ ਲੱਗਦਾ ਹੈ ਕਿ ਬੀਜੇਪੀ ਨੂੰ ਕਦੇ ਹਰਾਇਆ ਹੀ ਨਾ ਜਾ ਸਕਦਾ ਹੋਵੇ, ਕਿਉਂਕਿ ਭਾਰਤ ਵਿੱਚ ਬਹੁ ਗਿਣਤੀ ਹਿੰਦੂ ਵੋਟ ਬਹੁ ਗਿਣਤੀ। ਇਸ ਤਰੀਕੇ ਨਾਲ ਮਹਿਮਸਾ ਪ੍ਰਚਾਰਿਆ ਜਾਂਦਾ ਹੈ ਕਿ ਇਸਲਾਮਿਕ ਸਟੇਟਸ ਨੇ, ਜਿੱਦਾਂ ਕਿ ਆਪਾਂ ਕਹਿ ਲਈਏ ਸਾਊਦੀ ਅਰਬ, ਦੁਬਈ, ਜਿਹਨੂੰ ਆਪਾਂ UAE ਕਹਿੰਦੇ ਹਾਂ, ਉਹਦੇ ਤਰੀਕੇ ਨਾਲ ਇਸ ਤਰੀਕੇ ਨਾਲ ਲੋਕਾਂ 'ਚ ਪ੍ਰਚਾਰਿਆ ਜਾਂਦਾ ਹੈ ਕਿ ਵੀ ਇੱਕ ਹਿੰਦੂ ਸਟੇਟ ਵੀ ਹੋਣੀ ਚਾਹੀਦੀ ਹੈ, ਜਿਵੇਂ ਕਿ ਆਪਾਂ ਇੰਗਲਿਸ਼ ਕੰਟਰੀਆਂ ਕਹਿ ਲੈਂਦੇ ਹਾਂ, ਮੇਨ ਕ੍ਰਿਸਚਨਸ ਦੀਆਂ ਨੇ। ਇਸ ਤਰੀਕੇ ਨਾਲ ਲੋਕਾਂ 'ਚ ਪ੍ਰਚਾਰਿਆ ਜਾਂਦਾ ਹੈ। ਇਸ ਦਾ ਕੀ ਅਸਰ ਹੋਏਗਾ? ਲੋਕ ਅੱਜ ਕੱਲ੍ਹ ਇੰਨੇ ਮੂਰਖ ਨਹੀਂ ਹੈਗੇ। ਪਾਕਿਸਤਾਨ ਲੋਕਾਂ ਦੇ ਸਾਹਮਣੇ ਆ। ਪਾਕਿਸਤਾਨ ਵੀ ਤਾਂ ਇੱਕ ਧਰਮ ਦੇ ਆਧਾਰ 'ਤੇ ਹੀ ਦੇਸ਼ ਬਣਿਆ। ਪਰ ਅਫਗਾਨਿਸਤਾਨ ਚਲੇ ਜਾਓ, ਉਹ ਵੀ ਤਾਂ ਧਰਮ ਦੇ ਆਧਾਰ 'ਤੇ ਹੀ ਬਣਿਆ ਹੋਇਆ। ਹੋਰ ਕਿੰਨੇ ਦੇਸ਼ ਨੇ ਜਿਹੜੇ ਧਰਮ ਦੇ ਆਧਾਰ 'ਤੇ ਦੇਸ਼ ਬਣੇ ਹੋਏ ਨੇ, ਉਹਨਾਂ ਦੀ ਹਾਲਤ ਕੀ ਅੱਜ? ਤਾਂ ਕਿਉਂ ਧਰਮ ਦੇ ਆਧਾਰ 'ਤੇ ਦੇਸ਼ ਦੀ ਮੰਗ ਕੀਤੀ ਜਾ ਸਕਦੀ ਹੈ? ਕੀ ਉਹਦਾ ਮਤਲਬ ਕੀ ਹੈਗਾ? ਕਿ ਉਹਦੇ ਨਾਲ
ਤੁਹਾਡੇ ਅਰਥਚਾਰੇ ਨੂੰ ਕੋਈ ਫਰਕ ਪੈਂਦਾ? ਤਾਂ ਇਹ ਗੱਲ ਜਿਹੜੀ ਏ ਇਹ ਅੱਜ ਲੋਕਾਂ ਦੇ ਸਮਝ ਆ ਚੁੱਕੀ ਏ ਕਿ ਜਿੱਥੇ ਜਿੱਥੇ ਵੀ ਧਰਮ ਦੇ ਆਧਾਰ ਤੇ ਕੁਝ ਸਟੇਟਾਂ ਖੜੀਆਂ ਹੋਈਆਂ ਨੇ ਉੱਥੇ ਉੱਥੇ ਲੋਕਾਂ ਦੀ ਹਾਲਤ ਨਹੀਂ ਬਦਲੀ, ਜਿਉਣ ਹਾਲਤਾਂ ਨਹੀਂ ਬਦਲੀਆਂ। ਤਾਂ ਇਹ ਜਿਹੜੀ ਐਗਜ਼ਾਮਪਲ ਹੀ ਹੈ, ਇਹਨੂੰ ਅਸੀਂ ਹਿੰਦੁਸਤਾਨ ਦੇ ਲੋਕ ਵਹਿੰਦੇ ਪਏ ਨੇ। ਹਿੰਦੁਸਤਾਨ ਦੇ ਲੋਕ ਇੰਨੇ ਉਜੜ ਨਹੀਂ ਹੈਗੇ। ਜਿਹੜਾ ਇਹ ਏਜੰਡਾ ਬੀਜੇਪੀ ਦਾ ਹੈ, ਫਾਸ਼ੀਵਾਦੀ ਹਿੰਦੂ ਫਾਸ਼ੀਵਾਦੀ ਏਜੰਡਾ, ਉਹਨੂੰ ਲੋਕ ਨਕਾਰ ਚੁੱਕੇ ਨੇ। ਤੁਸੀਂ ਪਿਛਲੇ 1 ਸਾਲ ਤੋਂ ਵੇਖੋ, ਇਹ ਉਹ ਬੀਜੇਪੀ ਜਿਹੜੀ ਹਰ ਕਦਮ ਫਾਸ਼ੀਵਾਦੀ ਏਜੰਡੇ ਦੇ ਤਹਿਤ ਅੱਗੇ ਵਧਾਉਂਦੀ ਹੈ। ਹਿੰਦੂ ਫਾਸ਼ੀਵਾਦੀ ਬੀਜੇਪੀ ਸਰਕਾਰ ਹਿੰਦੂ ਫਾਸ਼ੀਵਾਦੀ ਏਜੰਡੇ ਦੇ ਤਹਿਤ ਹਰ ਕਦਮ ਅੱਗੇ ਵਧਾਉਂਦੀ ਹੈ। ਪਰ ਪਿਛਲੇ 1 ਸਾਲ ਤੋਂ ਨੇ ਉਹ ਫਾਸ਼ੀਵਾਦੀ ਜਿਹੜਾ ਏਜੰਡਾ ਹੈ ਉਹਨੂੰ ਬਕਸੇ ਨੂੰ ਬੰਦ ਕਰਕੇ ਰੱਖਿਆ ਹੋਇਆ, ਕਿਉਂਕਿ ਉਹ ਸਮਝ ਚੁੱਕੇ ਨੇ ਕਿ ਅੱਜ ਇਹ ਏਜੰਡਾ ਕੰਮ ਦਾ ਰਹਿ ਹੀ ਨਹੀਂ ਗਿਆ। ਲੋਕਾਂ ਦੀ ਸਮਝ ਇੰਨੀ ਕੁ ਵਿਕਸਿਤ ਹੋ ਗਈ ਹੈ, ਲੋਕ ਸਮਝ ਗਏ ਨੇ। ਲੋਕ ਦੂਜੇ ਮੁਲਕਾਂ ਨੂੰ ਵੇਖਦੇ ਨੇ, ਅਮਰੀਕਾ, ਬਰਤਾਨੀਆ, ਫਰਾਂਸ, ਸਾਰੇ ਮੁਲਕਾਂ ਨੂੰ ਵੇਖਦੇ ਨੇ ਕਿ ਉਹ ਧਰਮ ਦੇ ਆਧਾਰ ਤੋਂ ਉਹਨਾਂ ਮੁਲਕਾਂ ਦੀ ਸਥਾਪਨਾ ਨਹੀਂ ਹੋਈ, ਪਰ ਸਾਡੇ ਨਾਲੋਂ ਰੋਟੀ ਚੰਗੀ ਖਾਂਦੇ ਨੇ, ਇਲਾਜ ਚੰਗਾ ਹੈ, ਸਿਹਤ ਚੰਗੀ, ਸਿੱਖਿਆ ਚੰਗੀ, ਹਰ ਕਿਸਮ ਦੀਆਂ ਸਹੂਲਤਾਂ ਨੇ ਉਹਨਾਂ ਲੋਕਾਂ ਕੋਲ। ਤਾਂ ਇਹ ਸਾਰੀਆਂ ਲੋਕਾਂ ਨੂੰ ਗੱਲਾਂ ਨੂੰ ਵੇਖ ਕੇ ਲੋਕ ਸਮਝ ਚੁੱਕੇ ਨੇ ਕਿ ਸਾਨੂੰ ਆਪਦਾ ਧਰਮ ਹਰ ਇੱਕ ਨੂੰ ਪਿਆਰਾ, ਆਪਦੇ ਧਰਮ ਨਾਲ ਪਿਆਰ ਕਰੇ, ਆਪਦੇ ਧਰਮ ਅਨੁਸਾਰ ਪੂਜਾ ਕਰੇ। ਪਰ ਫਾਸ਼ੀਵਾਦੀ ਕੱਟੜਤਾਪੂਣਾ ਜਿਹੜਾ ਉਹ ਕਿਸੇ ਵੀ ਧਰਮ 'ਚ ਹੋਵੇ ਉਹ ਮਾੜਾ। ਸਿੱਖ ਕੱਟੜਪੂਣਾ ਹੋਵੇਗਾ, ਸਿੱਖ ਫਾਸ਼ੀਵਾਦ ਹੋਵੇਗਾ, ਮਾੜਾ। ਮੁਸਲਮਾਨ ਫਾਸ਼ੀਵਾਦ ਹੋਵੇਗਾ, ਮਾੜਾ। ਹਿੰਦੂ ਫਾਸ਼ੀਵਾਦ ਹੋਵੇਗਾ, ਮਾੜਾ। ਤਾਂ ਲੋਕ ਸਿਆਣੇ ਨੇ, ਸਮਝਣਗੇ, ਸਮਝਦੇ ਪਏ ਨੇ। ਤਾਂ ਇਹ ਜਿਹੜਾ ਏਜੰਡਾ ਲੰਮਾ ਸਮਾਂ ਬੀਜੇਪੀ ਦੇ ਕੰਮ ਆਉਣ ਵਾਲਾ ਨਹੀਂਗਾ। ਤੇ ਹੁਣ ਇਲੈਕਸ਼ਨ ਚੋਣਾਂ 'ਚ ਕੁਝ ਚੰਦ ਮਹੀਨੇ ਰਹਿ ਗਏ ਨੇ। ਕਿਸਾਨ ਜਥੇਬੰਦੀਆਂ ਦਾ ਆਉਣ ਵਾਲੇ ਇਲੈਕਸ਼ਨਾਂ ਨੂੰ ਲੈ ਕੇ ਕੀ ਰੋਲ ਹੋਏਗਾ, ਕੀ ਰੁਖ ਤਿਆਰ ਕਰਨਗੇ? ਲੋਕਾਂ ਦੀ ਵੋਟ ਹੈ, ਜਿਹੜਾ ਚੰਗਾ ਲੱਗਦਾ ਪਾਓ, ਜਿਹਨੂੰ ਜੀ ਕਰਦਾ ਪਾਓ, ਨਾ ਪਾਓ, ਕੁਝ ਵੀ ਕਰੋ, ਪਰ ਤੁਸੀਂ ਵੋਟ ਪਾਉਣੀ ਕਿਹੜੇ ਏਜੰਡੇ ਤੇ ਜ਼ਰੂਰੀ। ਅਸੀਂ ਬੇਨਤੀ ਕਰਾਂਗੇ ਕਿ ਏਜੰਡੇ ਸੈੱਟ ਕਰੋ ਕਿ ਕਿਹੜੇ ਏਜੰਡਿਆਂ ਤੇ ਵੋਟ ਪਾਉਣ ਜਾ ਰਹੇ ਹੋ। ਅੱਜ ਗਲੀਆਂ, ਨਾਲੀਆਂ, ਸਿਵੇ, ਮੁਫਤ ਚਾਹ ਪੱਤੀ, ਮੁਫਤ 300 ਯੂਨਿਟਾਂ ਤੇ ਵੋਟ ਨਾ ਪਾਓ। ਏਜੰਡੇ ਜਿਹੜੇ ਤੁਹਾਡੀ ਜ਼ਿੰਦਗੀ ਨਾਲ ਬਦਲਣਗੇ ਉਹਨਾਂ ਏਜੰਡਿਆਂ ਤੇ ਵੋਟ ਪਾਓ। ਸਭ ਤੋਂ ਵੱਡਾ ਖੇਤੀ ਨੀਤੀ ਕੀ ਹੈ? ਪੰਜਾਬ ਖੇਤੀ ਪ੍ਰਧਾਨ ਸੂਬਾ, ਖੇਤੀ ਦੇ ਨਾਲ ਹੀ ਸਭ ਕੁਝ ਚੱਲਣਾ। ਸਾਰਿਆਂ ਤੋਂ ਪਹਿਲਾਂ ਭਾਵੇਂ ਉਹ ਬੀਜੇਪੀ ਹੈ, ਭਾਵੇਂ ਅਕਾਲੀ ਨੇ, ਕਾਂਗਰਸੀ ਨੇ, ਆਮ ਆਦਮੀ ਪਾਰਟੀ ਹੈ, ਸਾਰਿਆਂ ਤੋਂ ਸਵਾਲ ਇਹ ਹੈ ਕਿ ਤੁਹਾਡੇ ਕੋਲ ਖੇਤੀ ਨੀਤੀ ਕੀ ਹੈ? ਕਿਹੜੀ ਨੀਤੀ ਨਾਲ ਤੁਸੀਂ ਪੰਜਾਬ ਦੇ ਖੇਤੀ ਦੇ ਹਾਲਾਤ ਸੁਧਾਰੋਗੇ ਤਾਂ ਤੁਹਾਨੂੰ ਵੋਟ ਪਾਈਏ। ਨਸ਼ੇ ਦੇ ਉੱਤੇ ਲਗਾਮ ਕਿਵੇਂ ਲਾਓਗੇ, ਕੌਣ ਲਾਵੇਗਾ, ਇਹ ਇੱਕ ਸਾਡਾ ਸਵਾਲ ਹੈ। ਸਿਹਤ ਸਹੂਲਤਾਂ ਦਾ ਪ੍ਰਬੰਧ ਕਿਵੇਂ ਕਰੋਗੇ, ਇੱਕ ਸਾਡਾ ਸਵਾਲ ਹੈ। ਐਜੂਕੇਸ਼ਨ ਦਾ ਪ੍ਰਬੰਧ ਲੋਕਾਂ ਲਈ ਕਿਵੇਂ ਕਰੋਗੇ, ਇੱਕ ਸਵਾਲ ਹੈ। ਤਗੜੇ ਤੇ ਮਾੜੇ ਦੇ ਗੈਪ ਨੂੰ ਕਿਵੇਂ ਘਟਾਓਗੇ, ਇੱਕ ਸਵਾਲ ਹੈ। ਤਗੜੇ ਦੀ ਮਾੜੇ ਦੇ ਉੱਤੇ ਜਿਹੜਾ ਗਲਬਾ ਹੈ ਉਹ ਕਿਵੇਂ ਖਤਮ ਕਰੋਗੇ, ਇੱਕ ਸਵਾਲ ਹੈ। ਕੀੜਿਆਂ ਤਰ੍ਹਾਂ ਲੱਗੀ ਫਿਰਦੀ ਆ ਜਿਹੜੀ ਫੈਲੀ ਹੋਈ ਜਿਹੜੀ ਬਿਮਾਰੀ ਤਰ੍ਹਾਂ ਕਰਪਸ਼ਨ ਹੈ, ਇਹਦਾ ਕੀ ਹੱਲ ਕਰੋਗੇ, ਇੱਕ ਸਵਾਲ ਹੈ। ਤਾਂ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਏਜੰਡੇ ਸੈੱਟ ਕਰੋ। ਉਹਨਾਂ ਏਜੰਡਿਆਂ ਦੇ ਤਹਿਤ ਜਿਹੜਾ ਵੀ ਲੀਡਰ, ਜਿਹੜੀ ਵੀ ਪਾਰਟੀ, ਜਿਹੜਾ ਵੀ ਕੈਂਡੀਡੇਟ ਚੰਗਾ ਲੱਗਦਾ ਚੁਣੋ ਤੇ ਉਹਨੂੰ ਵੋਟ ਪਾਓ। ਪਰ ਵਿਸ਼ਵਾਸ ਵੋਟਾਂ ਤੇ ਨਾ ਕਰੋ ਕਿ ਤੁਹਾਡੀ ਹਾਲਤ ਬਦਲ ਦੇਣਗੇ। ਵਿਸ਼ਵਾਸ ਕਰੋ ਇਕੱਠ ਤੇ, ਜਥੇਬੰਦੀ ਤੇ। ਜਥੇਬੰਦ ਹੋਵੋ, ਜਥੇਬੰਦ ਹੋ ਕੇ ਡਾਂਗ ਚੁੱਕ ਕੇ ਛੱਡੋ ਸਰਕਾਰ, ਰਾਜ ਸੱਤਾ ਤੇ ਕਾਬਜ ਹੋਣ ਲਈ ਲੜੋ। ਉਹ ਬਿਨਾਂ ਵੋਟਾਂ ਤੋਂ ਹੋਣਾ ਜੇ। ਆਓ ਡੰਡਾ ਚੁੱਕ ਕੇ ਰਾਜ ਸੱਤਾ ਤੇ ਕਾਬਜ ਹੋਈਏ, ਜਿੰਨੇ ਤੁਹਾਡੀ ਹਾਲਤ ਬਦਲਣੀ। ਤਾਂ ਵੋਟ ਪਾਉਣੀ ਜੇ, ਪਰ ਇਸ ਉਮੀਦ ਨਾਲ ਨਾ ਪਾਓ ਕਿ ਸਭ ਕੁਝ ਤਬਦੀਲ ਕਰ ਦੇਗੀ। ਵੋਟਾਂ ਸਭ ਤਬਦੀਲ ਨਹੀਂ ਕਰਨਗੀਆਂ। ਛੋਟੀਆਂ ਮੋਟੀਆਂ ਨਗੁਣੀਆਂ ਸਹੂਲਤਾਂ, ਤਾਂ ਨਗੁਣੀਆਂ ਸਹੂਲਤਾਂ ਵੀ ਜਿਹੜੀਆਂ ਸਾਂਝੀਆਂ ਨੇ ਉਹਨਾਂ ਤੇ ਧਿਆਨ ਕੇਂਦਰਿਤ ਕਰੋ, ਉਹਨਾਂ ਸਹੂਲਤਾਂ ਦੀ ਗੱਲ ਕਰੋ। ਵੋਟ ਪਾਓ, ਆਪਦਾ ਕੈਂਡੀਡੇਟ ਜਿੱਤੋ, ਪਰ ਵਿਸ਼ਵਾਸ ਆਪਦੀਆਂ ਜਥੇਬੰਦੀਆਂ ਤੇ ਕਰੋ, ਜਥੇਬੰਦਕ ਢਾਂਚੇ ਤੇ ਕਰੋ। ਜਥੇਬੰਦਕ ਢਾਂਚਾ ਮਜ਼ਬੂਤ ਕਰਕੇ ਡਾਂਗ ਚੱਕ ਕੇ ਅਸੀਂ ਕੇਵਲ ਸਰਕਾਰ ਨਹੀਂ ਬਣਾਉਣੀ, ਅਸੀਂ ਰਾਜ ਸੱਤਾ ਤੇ ਕਾਬਜ ਕਰਨਾ ਹੈ। ਰਾਜ ਸੱਤਾ ਤੇ ਕਬਜ਼ਾ ਕਰਕੇ ਆ ਜਿਹੜੇ ਲੁਟੇਰਾ 250 ਪਰਿਵਾਰ ਹੈ ਨਾ, ਇਹਨਾਂ ਤੋਂ ਆਪਦਾ ਦੇਸ਼ ਆਜ਼ਾਦ ਕਰਾਉਣਾ। ਸਾਡਾ ਦੇਸ਼ ਅੱਜ ਵੀ ਗੁਲਾਮ ਹੈ। ਸ਼ਹੀਦ ਭਗਤ ਸਿੰਘ ਹਰਾਂ ਦੀ ਇੱਕ ਤੁਕ ਕਿ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਰਹੇਗੀ, ਜੰਗ ਜਾਰੀ ਰਹੇਗੀ। ਤਾਂ ਅੱਜ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਪ੍ਰਬਲ ਹੋਈ ਹੈ।
ਹੋਰ ਵੱਡਾ ਰੂਪ ਅਖਤਿਆਰ ਕੀਤਾ ਉਹਨੇ, ਹੋ ਰਹੀ ਏ, ਤਾਂ ਭਗਤ ਸਿੰਘ ਹੋਰਾਂ ਦੀ ਜੰਗ ਅੱਜ ਵੀ ਜਾਰੀ ਹੈ। ਭਗਤ ਸਿੰਘ ਹੋਰਾਂ ਦੀ ਲੜਾਈ ਕੋਈ ਅੰਗਰੇਜ਼ਾਂ ਨੂੰ ਇੱਥੋਂ ਭਜਾਉਣਾ ਨਹੀਂ ਸੀ, ਸਾਮਰਾਜ ਦੀ, ਪੂੰਜੀਪਤੀਆਂ ਦੀ, ਕਾਰਪੋਰੇਟ ਦੀ ਜੜ ਉਖੇੜਨਾ ਸੀ, ਜਿਹੜੀ ਅਜੇ ਨਹੀਂ ਉਖੜੀ। ਤਾਂ ਉਹ ਵੋਟਾਂ ਨਾਲ ਉਖੜਨੀ ਨਹੀਂ, ਉਹ ਜਥੇਬੰਦ ਲੋਕ ਹੋਣਗੇ, ਜਥੇਬੰਦੀਆਂ ਉਖੇੜਨਗੀਆਂ, ਤਾਂ ਉਹ ਜਥੇਬੰਦ ਹੋ ਕੇ ਇਹਨਾਂ ਕਾਰਪੋਰੇਟਾਂ ਦੀ ਜੜ ਉਖੇੜੀਏ, ਤਾਂ ਕਿ ਅਸੀਂ ਅਸਲੀ ਅਰਥਾਂ 'ਚ ਆਪਦੇ ਸੋਹਣੇ ਭਾਰਤ ਨੂੰ, ਆਪਦੇ ਸੋਹਣੇ ਮੁਲਕ ਨੂੰ ਆਜ਼ਾਦ ਕਰਵਾ ਸਕੀਏ। ਤਾਂ ਆਜ਼ਾਦ ਕਰਵਾਉਣ ਤੋਂ ਬਾਅਦ ਫਿਰ ਇਲੈਕਸ਼ਨਾਂ ਦੀਆਂ ਸੋਚਾਂਗੇ ਕੀ ਹੁੰਦਾ। ਸੋ ਮਹਿਮਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਤੁਸੀਂ ਮਿਹਰਬਾਨੀ, ਸਾਰੇ ਧੰਨਵਾਦ ਸਵਾਲਾਂ ਜੀ। ਦਾ ਬੜੇ ਹੀ ਸੋਹਣੇ ਢੰਗ ਨਾਲ ਜਵਾਬ ਦਿੱਤਾ। ਸੋ ਇਹ ਸਨ ਹਰਨੇਕ ਸਿੰਘ ਮਹਿਮਾ ਜੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਤੋਂ, ਜਿਨ੍ਹਾਂ ਨੇ ਸਾਲ ਭਰ 'ਚ ਜੋ ਘਟਨਾਕ੍ਰਮ ਹੋਇਆ ਸੀ ਕਿਸਾਨੀ ਅੰਦੋਲਨ 'ਤੇ ਉਹਨਾਂ 'ਤੇ ਚਰਚਾ ਕੀਤੀ ਤੇ ਆਪਦੇ ਜਵਾਬ ਰੱਖੇ। ਸੋ ਮਫਲ ਵਾਇਸ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।